ਜਦ ਤੋਂ ਕਰੋਨਾ ਵਾਇਰਸ ਦਾ ਇਹ ਪ੍ਰਕੋਪ ਸ਼ੁਰੂ ਹੋਇਆ ਤੇ ਇਸ ਮਹਾਮਾਰੀ ਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਵੀ ਗਏ ਨੇ। ਹਾਲੇ ਵੀ ਜਿਹੜੀ ਸਾਰਾ ਕੁਝ ਖੁੱਲ ਰਿਹਾ ਹੈ ਆਰਥਿਕਤਾ ਦੇ ਖੁੱਲ੍ਹਣ ਦੇ ਪਿੱਛੇ ਇਹ ਕਾਰਨ ਨਹੀਂ ਹਨ ਕਿ ਇਸ ਦਾ ਕੋਈ ਇਲਾਜ ਲੱਭ ਲਿਆ ਗਿਆ ਜਾਂ ਵੈਕਸੀਨ ਆ ਗਈ। ਸਗੋਂ ਇਸ ਦੇ ਪਿੱਛੇ ਇਹ ਆ ਕਿ ਐਸਾ ਨਾ ਹੋਵੇ ਕਿ ਸਾਡਾ ਅਰਥਚਾਰਾ ਤਬਾਹ ਹੋ ਜਾਏ ਜਾਂ ਇਹ ਆਰਥਿਕਤਾ ਦਾ ਪਹੀਆ ਜੈਮ ਹੋ ਜਾਏ ਤੇ ਬਾਅਦ 'ਚ ਫਿਰ ਹੋਰ ਵੱਡੀਆਂ ਮੁਸ਼ਕਲਾਂ ਪੈਦਾ ਹੋ ਜਾਣ। ਲੇਕਿਨ ਇਸ ਦੇ ਦੌਰਾਨ ਖੋਲ੍ਹਣ ਦੇ ਵਿੱਚ ਜਿਹੜੀ ਬੱਚਿਆਂ ਨੂੰ ਸਕੂਲ ਭੇਜਣ ਦੀ ਗੱਲਬਾਤ ਚੱਲੀ ਸੀ, ਉਸ ਦੇ ਬਾਰੇ ਬਹੁਤ ਸਾਰੇ ਲੋਕ ਚਿੰਤਤ ਨੇ। ਬੱਚਿਆਂ ਨੂੰ ਵੀ ਕਰੋਨਾ ਵਾਇਰਸ ਜਿਹੜਾ ਹੋ ਸਕਦਾ ਹੈ, ਹੋ ਰਿਹਾ ਹੈ, ਹੋਇਆ ਤੇ ਹੁਣ ਕੁਝ ਕੇਸਿਸ ਸਾਹਮਣੇ ਆਏ ਨੇ। ਲੇਕਿਨ ਕੁਝ ਰਿਪੋਰਟਸ ਇਹੋ ਜਿਹੀਆਂ ਵੀ ਆਈਆਂ ਨੇ ਕਿ ਇਹੀ ਕਰੋਨਾ ਵਾਇਰਸ ਦਾ ਜਿਹੜਾ ਬਿਹੇਵੀਅਰ ਹੈ, ਜਿਹੜਾ ਕਿ ਹੁਣ ਹਾਲੇ ਤੱਕ ਪਤਾ ਨਹੀਂ। ਇੱਕ ਰਿਪੋਰਟ ਇਹ ਆਈ ਕਿ ਈਸਟ ਦੇ ਵਿੱਚ ਇਸੇ ਕਰੋਨਾ ਵਾਇਰਸ ਦਾ ਬਿਹੇਵੀਅਰ ਹੋਰ ਹੈ, ਵੈਸਟ ਦੇ ਵਿੱਚ ਹੋਰ ਹੈ। ਇੱਕ ਐਲ ਹੈ, ਇੱਕ ਏ ਹੈ ਸ਼ਾਇਦ। ਅਤੇ ਪਰ ਜਦੋਂ ਇਹੀ ਕਰੋਨਾ ਵਾਇਰਸ ਬੱਚਿਆਂ 'ਤੇ ਅਟੈਕ ਕਰਦਾ, ਬੱਚੇ ਇਨਫੈਕਟ ਹੁੰਦੇ ਨੇ, ਤਾਂ ਉਹਦੇ ਸਿੰਪਟਮ ਅਤੇ ਉਹਦੇ ਹੋਰ ਲੱਛਣ ਜਿਹੜੇ ਆ ਉਹ ਬਦਲ ਜਾਂਦੇ ਆ। ਐਡਲਟਸ ਦੇ ਵਿੱਚ ਜਿੱਥੇ ਇਹ ਫੇਫੜਿਆਂ ਨੂੰ ਜਾਮ ਕਰ ਦਿੰਦਾ, ਸਾਹ ਨਹੀਂ ਆਉਂਦਾ ਅਤੇ ਬੰਦਾ ਨਾ ਸਾਹ ਹੋਣ ਕਰਕੇ ਮਰ ਜਾਂਦਾ, ਉੱਥੇ ਬੱਚਿਆਂ ਨੂੰ ਇਹ ਹੋਰ ਤਰੀਕੇ ਨਾਲ ਤੰਗ ਕਰਦਾ ਹੈ। ਸੋ ਉਸ ਤੋਂ ਇਸ ਦਾ ਰੰਗ ਬਨ ਅਤੇ ਹੋਰ ਇਹਦਾ ਵਰਤਾਓ ਬਦਲ ਜਾਂਦਾ। ਲੇਕਿਨ ਹੈ ਇਹ ਕਰੋਨਾ ਵਾਇਰਸ ਹੀ। ਡਾਕਟਰ ਸਾਹਿਬ ਸਾਨੂੰ ਦੱਸਣਗੇ, ਸਮਝਾਉਣਗੇ ਪੂਰੀ ਗੱਲ ਦਰਅਸਲ ਹੈ ਕੀ ਹੈ। ਡਾਕਟਰ ਪ੍ਰਗਟ ਸਿੰਘ ਪੁਰਜੀ ਜੀ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਬੜੇ ਆਲਾ ਦਰਜੇ ਦੇ ਡਾਕਟਰ ਨੇ ਅਤੇ ਉਹ ਬੱਚਿਆਂ ਦੇ ਸਪੈਸ਼ਲਿਸਟ ਹਨ। ਡਾਕਟਰ ਸਾਹਿਬ ਜੀ ਆਇਆਂ ਨੂੰ ਜੀ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ। ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਪਹਿਲਾਂ ਤਾਂ ਇਹ ਦੱਸੋ ਵੀ ਜਿਹੜਾ ਬੱਚਿਆਂ ਨੂੰ ਕਰੋਨਾ ਵਾਇਰਸ ਹੋ ਰਿਹਾ ਹੈ, ਇਹ ਦੂਜੀ ਕਿਉਂ ਵੱਖਰਾ, ਇਹਦੇ ਲੱਛਣ ਕਿਵੇਂ ਵੱਖਰੇ ਨੇ, ਜਾਂ ਇਹ ਵੱਖਰਾ ਵਾਇਰਸ ਹੈ ਜਾਂ ਕਰੋਨਾ ਵਾਇਰਸ ਦੀ ਕੋਈ ਹੋਰ ਇਹ ਸਪੀਸ਼ੀ ਹੈ? ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਆ ਵੀ ਬੱਚਿਆਂ 'ਚ ਇਹਦੀ ਪ੍ਰੈਜੈਂਟੇਸ਼ਨ ਅਸੀਂ ਵੱਖਰੀ ਦੇਖ ਰਹੇ ਹਾਂ। ਟ੍ਰੈਡੀਸ਼ਨਲੀ ਬੁਖਾਰ ਚੜ੍ਹਦਾ, ਖੰਘ ਹੁੰਦੀ ਆ, ਸਾਹ ਦੀ ਪ੍ਰੋਬਲਮ ਹੁੰਦੀ ਆ, ਲੇਕਿਨ ਬੱਚਿਆਂ 'ਚ ਅਸੀਂ ਦੇਖ ਰਹੇ ਹਾਂ ਵੀ ਇਹਨਾਂ ਨੂੰ ਉਲਟੀਆਂ ਆ ਸਕਦੀਆਂ, ਟੱਟੀਆਂ ਲੱਗ ਸਕਦੀਆਂ, ਇਹਨਾਂ ਦੇ ਅੱਖਾਂ ਲਾਲ ਹੋ ਸਕਦੀਆਂ, ਜ਼ਬਾਨ ਲਾਲ ਹੋ ਜਾਣੀ, ਬੁੱਲ ਲਾਲ ਸੁਰਖ ਹੋ ਜਾਣੇ, ਰੈਸ਼ ਹੋ ਜਾਣੀ ਕੋਵਿਡ ਤੋਂ। ਤੇ ਜਿਹੜੇ ਇਹਦੇ ਪ੍ਰੈਜੈਂਟੇਸ਼ਨ ਆ ਬੜੇ ਏ ਟਿਪੀਕਲ ਅਸੀਂ ਕਹਿੰਦੇ ਹਾਂ। ਜਿਵੇਂ ਮੌਂਟਰੀਅਲ ਤੋਂ ਪਹਿਲੋਂ ਸਟੱਡੀ ਆਈ ਸੀ, 12 ਬੱਚੇ ਜਿਹੜੇ ਕਾਵਾਸਾਕੀ ਡਿਜ਼ੀਜ਼ ਵਰਗੇ ਉਹ ਸਾਹਮਣੇ ਆਏ। ਉਹਦੇ ਵਿੱਚ ਸਾਰਿਆਂ 'ਚ ਕੋਵਿਡ ਤਾਂ ਹੈਗਾ ਨਹੀਂ ਸੀ, ਲੇਕਿਨ 70% ਬੱਚਿਆਂ 'ਚ ਕੋਵਿਡ ਪੋਜ਼ਿਟਿਵ ਪਾਇਆ ਗਿਆ ਸੀ। ਕਾਵਾਸਾਕੀ ਡਿਜ਼ੀਜ਼ ਇੱਕ ਵਾਸਕੂਲਾਈਟਿਸ ਹੁੰਦਾ ਵੀ ਜਿਹੜੇ ਸਾਡੇ ਖੂਨ ਦੀ ਨਸਾਂ ਆ ਉਹਦੇ ਸੋਜ ਹੋ ਜਾਂਦੀ ਆ। ਸੋ ਡਾਕਟਰ ਕਾਵਾਸਾਕੀ ਨੇ 1967 ਜਾਪਾਨ ਦੇ ਵਿੱਚ ਇਹਦੇ ਬਾਰੇ ਦੱਸਿਆ ਸੀ। ਤੇ ਇਹਦੇ ਵਿੱਚ ਬੁਖਾਰ ਹੁੰਦਾ ਕਰੀਬਨ 104 ਡਿਗਰੀ ਜਾਂ ਵਧੇਰਾ, 4-5 ਦਿਨ, ਅੱਖਾਂ ਲਾਲ ਹੋ ਜਾਂਦੀਆਂ, ਲੇਕਿਨ ਅੱਖ 'ਚ ਗਿੱਡ ਨਹੀਂ ਹੁੰਦੀ, ਸਟਿੱਕੀ ਨਹੀਂ ਹੁੰਦੀ ਜਿੱਦਾਂ ਆਪਾਂ ਇਨਫੈਕਸ਼ਨ 'ਚ ਦੇਖਦੇ ਹਾਂ। ਜ਼ਬਾਨ ਸੁਰਖ ਲਾਲ ਹੋ ਕੇ ਸਟ੍ਰਾਬੇਰੀ ਵਰਗੀ, ਬੁੱਲ ਸੁੱਜ ਜਾਣੇ, ਲਾਲ ਹੋ ਜਾਣੇ, ਪਾਟ ਜਾਣੇ, ਧੌਣ ਦੇ ਵਿੱਚ ਲਿੰਫ ਨੋਡ ਜਾਂ ਗਿਲਟੀਆਂ ਹੋ ਜਾਣੀਆਂ, ਹੱਥਾਂ ਪੈਰਾਂ 'ਚ ਰੈਸ਼ ਹੋਣਾ, ਫਿਰ ਪੀਲਿੰਗ ਹੋਣਾ। ਤੇ ਇਹੀ ਆਪਾਂ ਅਮਰੀਕਾ ਦੇ ਵਿੱਚ 100 ਤੋਂ ਜ਼ਿਆਦਾ ਹੁਣ ਕੇਸਿਸ ਰਿਪੋਰਟ ਹੋ ਚੁੱਕੇ ਆ ਜਿਹੜੇ ਕਾਵਾਸਾਕੀ ਡਿਜ਼ੀਜ਼ ਵਰਗੇ ਪ੍ਰੈਜੈਂਟੇਸ਼ਨ ਹਸਪੀਟਲਾਂ 'ਚ ਆਏ ਆ। 3 ਬੱਚੇ ਜਿਹੜੇ ਉਹ ਬਚਾ ਨਹੀਂ ਪਾਏ ਨਿਊਯਾਰਕ। ਸਭ ਤੋਂ ਜ਼ਿਆਦਾ ਨਿਊਯਾਰਕ 'ਚ ਕੇਸਿਸ ਸੀ, ਕਰੀਬਨ 70 ਦੇ ਲਾਗੇ। ਯੂਰਪ ਤੋਂ ਵੀ ਰਿਪੋਰਟ ਹੋਏ ਕੇਸਿਸ। ਸੋ ਬੱਚਿਆਂ 'ਚ ਨਾ 3 ਚੀਜ਼ਾਂ ਆਪਾਂ ਸਾਹਮਣੇ ਦੇਖ ਰਹੇ ਹਾਂ ਕੋਵਿਡ 'ਚ। ਇੱਕ ਤਾਂ ਕਾਵਾਸਾਕੀ ਡਿਜ਼ੀਜ਼ ਵਰਗਾ ਇਹਦਾ ਪ੍ਰੈਜੈਂਟੇਸ਼ਨ ਹੈਗਾ। ਇਹਦੇ ਵਿੱਚ ਇੱਕ ਸਾਹਮਣੇ ਗੱਲ ਇੰਪੋਰਟੈਂਟ ਇਹ ਹੈ ਸਿੰਘ ਸਾਹਿਬ ਵੀ ਜਿਹੜੇ ਹਾਰਟ ਦੇ ਇਰਦ ਗਿਰਦ ਬਲੱਡ ਵੈਸਲਸ ਹੈ ਕੋਰੋਨਰੀਜ਼, ਜਿਹੜੀਆਂ ਜਾਮ ਹੋ ਜਾਣ ਤੇ ਸਾਨੂੰ ਹਾਰਟ ਅਟੈਕ ਹੁੰਦਾ, ਹਾਰਟ ਡਿਜ਼ੀਜ਼ ਸ਼ੁਰੂ ਹੁੰਦੀ ਆ, ਜਿਹੜੀ 50-60 ਸਾਲ 'ਚ ਆਮ ਸ਼ੁਰੂਆਤ ਹੁੰਦੀ ਆ। ਕਾਵਾਸਾਕੀ ਡਿਜ਼ੀਜ਼ 'ਚ ਕੋਰੋਨਰੀ ਆਰਟਰੀਜ਼ ਜਿਹੜੀਆਂ ਉਹ 'ਚ ਸੋਜ ਹੋ ਕੇ ਬਲੋਕੇਜ, ਟਾਈਟਨਿੰਗ, ਹਾਰਟ ਦੇ ਮਸਲ ਤੇ ਹਾਰਟ ਦੇ ਵਾਲਵ ਇਹਨਾਂ ਨੂੰ ਵੀ ਡੈਮੇਜ ਹੋਣ ਦੀ ਸੰਭਾਵਨਾ ਹੁੰਦੀ ਆ। ਤੇ ਪਹਿਲੇ 10 ਦਿਨ ਦੇ ਵਿੱਚ ਅਸੀਂ ਇੰਟਰਾਵੀਨਸ ਇਮਿਊਨੋਗਲੋਬੁਲਿਨ, ਜਿਹਨੂੰ IVIG ਕਹਿੰਦੇ ਆ, ਉਹ ਟੀਕੇ ਰਾਹੀਂ ਦਿੰਦੇ ਆ। ਐਕੋਕਾਰਡੀਗ੍ਰਾਮ ਕਰਦੇ ਆ, ਉਹਦੀ ਮੋਨੀਟਰਿੰਗ ਕਰਦੇ ਆ। ਤੇ ਅਗਰ ਇੱਦਾਂ ਨਾ ਕਰੀਏ ਤੇ 30% ਬੱਚਿਆਂ ਨੂੰ, ਹਰ ਤੀਜੇ ਬੱਚੇ ਨੂੰ ਜਿਹਨੂੰ ਕਾਵਾਸਾਕੀ ਡਿਜ਼ੀਜ਼ ਹੈਗੀ ਆ, ਉਹਨੂੰ ਹਾਰਟ ਡਿਜ਼ੀਜ਼ ਹੋਊਗੀ। ਔਰ ਅਗਰ ਅਸੀਂ ਇੱਦਾਂ ਕਰਦੇ ਹਾਂ ਤੇ ਉਹ ਇੰਸੀਡੈਂਸ ਅਸੀਂ 5% ਤੋਂ ਥੱਲੇ ਲੈ ਆਉਂਦੇ ਹਾਂ। ਸੋ ਮੇਨ ਤੇ ਇਹੀ ਹੈਗਾ ਵੀ ਇਹਨੂੰ ਆਈਡੈਂਟੀਫਾਈ ਕਰਨਾ, ਇਹਦਾ ਰੈਪਿਡ ਡਾਇਗਨੋਸਿਸ ਕਰਨਾ ਤੇ ਟ੍ਰੀਟਮੈਂਟ ਕਰਨੀ।
ਹਾਲਾਂਕਿ ਸਾਰੇ ਹਮ। ਕੇਸਿਸ 'ਚ COVID-19 ਨਹੀਂ ਆਇਆ ਸੀ, ਲੇਕਿਨ 70% 'ਚ ਸਟਿਲ ਪੋਜ਼ਿਟਿਵ ਸੀ। ਹੋ ਸਕਦਾ ਇਹ ਵੀ ਇੱਕ ਪ੍ਰੈਜੈਂਟੇਸ਼ਨ ਹੋਏ। ਕੈਨੇਡਾ 'ਚ ਹਰ 1 ਲੱਖ ਬੱਚੇ ਪਿੱਛੇ 30 ਨੂੰ ਕਾਵਾਸਾਕੀ ਹੋਣ ਦੀ ਸੰਭਾਵਨਾ ਹੁੰਦੀ ਹੈ। ਜਾਪਾਨ 'ਚ 264 ਪਰ 100,000 ਬੱਚੇ। ਔਰ ਅਸੀਂ ਪਹਿਲਾਂ ਸੋਚਦੇ ਸੀ ਵੀ ਕਾਵਾਸਾਕੀ ਡਿਜ਼ੀਜ਼ ਕੋਈ ਸੁਪਰ ਐਂਟੀਜਨ, ਕੋਈ ਵਾਇਰਸ, ਕੋਈ ਬੈਕਟੀਰੀਆ ਟ੍ਰਿਗਰ ਕਰਦਾ ਹੈ। ਹੁਣ ਅਸੀਂ ਇਹ ਵੀ ਸੋਚ ਰਹੇ ਹਾਂ ਵੀ COVID-19 ਵੀ ਇਹਨੂੰ ਟ੍ਰਿਗਰ ਕਰ ਸਕਦਾ। ਇੱਕ ਤਾਂ ਇਹ ਪ੍ਰੈਜੈਂਟੇਸ਼ਨ ਬੱਚਿਆਂ 'ਚ ਅਸੀਂ ਦੇਖ ਰਹੇ ਹਾਂ। ਦੂਜੇ ਬੱਚੇ ਕਈ ਜਿਹੜੇ ਹੈਗੇ ਇਹ ਸਿੰਪਟੋਮੈਟਿਕ ਹੈਗੇ ਆ, ਵੀ ਉਹਨਾਂ 'ਚ ਵਾਇਰਸ ਹੈਗਾ ਲੇਕਿਨ ਬਹੁਤ ਮਾਈਲਡ ਲੱਛਣ ਹੈਗੇ ਆ, ਨਾ ਉਹਨਾਂ ਨੂੰ ਪਤਾ ਨਾ ਉਹਨਾਂ ਦੇ ਮਾਪੇ ਨੂੰ ਪਤਾ। ਤੀਜਾ ਜਿਹੜਾ ਇਹਦਾ ਹੈਗਾ ਉਹਨੂੰ ਕਹਿੰਦੇ ਕੋਵਿਡ ਟੋਸ, TOES। ਤੇ ਜਿਹੜੇ ਪੈਰ ਦੀ ਉਂਗਲਾਂ ਆ ਉਹ ਨੀਲੀਆਂ ਤੇ ਜਾਮਨੀ ਰੰਗ ਦੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਜਿੱਦਾਂ -40 'ਚ ਆਪਾਂ ਨੰਗੇ ਪੈਰ ਬਾਹਰ ਚਲੇ ਜਾਈਏ ਤੇ ਫਰੋਸਟ ਬਾਈਟ ਹੋ ਕੇ ਫਿਰ ਜਿਹੜੇ ਹੈਗੇ ਆ ਰੰਗ ਬਦਲ ਕੇ ਤੇ ਛਾਲੇ ਹੋਣੇ ਸ਼ੁਰੂ ਹੁੰਦੇ ਆ। ਸੋ ਇਹ ਅਸੀਂ ਦੇਖੇ ਆ, ਕੈਨੇਡਾ 'ਚ ਵੀ ਕੁਝ ਕੇਸ ਰਿਪੋਰਟ ਹੋਏ ਆ। ਤੇ ਇਹਦਾ ਥਿਊਰੀ ਇਹ ਹੈਗੀ ਆ ਵੀ ਜਿਹੜੇ ਮਾਈਕਰੋ ਬਲੱਡ ਵੈਸਲਸ ਆ ਉਹਦੇ ਛੋਟੇ ਛੋਟੇ ਕਲੌਟ ਹੋਣੇ ਸ਼ੁਰੂ ਹੋ ਜਾਂਦੇ ਆ। ਔਰ ਇਹੀ ਪ੍ਰੈਜੈਂਟੇਸ਼ਨ ਯੂਥ 'ਚ ਅਸੀਂ ਦੇਖ ਰਹੇ ਹਾਂ ਪੇਪਰ ਰਿਵਿਊਜ਼ 'ਚ, ਵੀ ਜਿਹੜੇ ਲੰਗਸ ਦੀ ਜਿਹੜੀ ਬਲੱਡ ਵੈਸਲਸ ਆ ਉਹ 'ਚ ਖੂਨ ਜੰਮ ਜਾਣਾ, ਹਾਰਟ ਦੇ ਵਿੱਚ ਖੂਨ ਦਾ ਕਲੌਟ ਹੋ ਜਾਣਾ। ਉਹ ਫਿਰ ਹਾਰਟ ਜਦੋਂ ਪੰਪ ਕਰਦਾ ਤੇ ਸਾਡੀ ਮਿਡਲ ਸੈਰੇਬਰਲ ਆਰਟਰੀ ਜਿਹੜੀ ਖੂਨ ਦੀ ਨਾੜੀ ਬਲੱਡ ਸਪਲਾਈ ਬ੍ਰੇਨ ਨੂੰ ਲੈ ਕੇ ਜਾਂਦੀ ਹੈ, ਉਹ ਬਲੌਕ ਹੋ ਕੇ ਸਟ੍ਰੋਕ ਦੀ ਪ੍ਰੈਜੈਂਟੇਸ਼ਨ। ਸੋ ਯੂਥ ਦੇ ਵਿੱਚ ਸਟ੍ਰੋਕ, ਡਿਜ਼ੀਨੈਸ, ਬ੍ਰੇਨ ਦੇ ਇਫੈਕਟ ਜਿਹੜੇ ਹੈਗੇ ਆ ਉਹ ਜ਼ਿਆਦਾ ਦੇਖੇ ਜਾ ਰਹੇ ਆ। ਜਿਹੜੇ ਕੇਸਿਸ ਦੀ ਜਿਹੜੀ ਡੈਥ ਹੋਈ ਆ ਉਹ ਟੌਕਸਿਕ ਸ਼ੌਕ ਸਿੰਡਰੋਮ ਕਰਕੇ ਬੱਚਿਆਂ ਦੇ ਜਿਹੜੀ ਹੋਈ ਆ। ਯੂਰਪ 'ਚ ਵੀ ਰਿਪੋਰਟ ਹੋਈ, ਚਾਈਨਾ 'ਚ ਵੀ, ਜਰਮਨੀ 'ਚ ਵੀ, ਇੰਗਲੈਂਡ ਦੇ ਵਿੱਚ ਵੀ, ਸਾਰੇ ਕੰਟਰੀਜ਼ ਤੇ ਨਿਊਯਾਰਕ ਦੇ ਵਿੱਚ 3 ਡੈਥ। ਕੈਨੇਡਾ 'ਚ ਸੋ ਫਾਰ ਅਸੀਂ ਬਚੇ ਹੋਏ ਆ, ਖਾਲੀ 12 ਕੇਸਿਸ ਮੌਂਟਰੀਅਲ ਤੋਂ ਰਿਪੋਰਟ ਹੋਈ ਸੀ, ਡੈਥ ਕੋਈ ਨਹੀਂ ਹੋਈ। ਤੇ ਇਹਦੇ ਵਿੱਚ ਇਹ ਹੁੰਦਾ ਜਿੱਦਾਂ ਵੀ ਸਮਝੋ ਅਸੀਂ ਆਲੂ ਉਬਾਲਦੇ ਹਾਂ ਤੇ ਆਲੂ ਪਿਲਪਲਾ ਹੋ ਜਾਂਦਾ ਤੇ ਉਹਦਾ ਚਮੜਾ ਜਿਹੜਾ ਹੈਗਾ ਬਹੁਤ ਈਜ਼ਲੀ ਅਸੀਂ ਲਾ ਲੈਂਦੇ ਹਾਂ ਛਿੱਲੜ। ਉਦਾਂ ਹੀ ਬੱਚੇ ਦਾ ਕੰਡੀਸ਼ਨ ਜਿੱਦਾਂ ਟੌਕਸਿਕ ਸ਼ੌਕ ਸਿੰਡਰੋਮ 'ਚ ਅੰਦਰੋਂ ਹਰ ਇੱਕ ਆਰਗਨ ਜਿਹੜਾ ਸੁੱਜ ਜਾਂਦਾ, ਚਮੜਾ ਉਹਨਾਂ ਦਾ ਪੀਲ ਹੋਣਾ ਸ਼ੁਰੂ ਹੁੰਦਾ। ਜਦੋਂ ਟੌਕਸਿਕ ਸ਼ੌਕ ਸਿੰਡਰੋਮ ਮੈਂ ਦੇਖਦਾ ਸੀ ਚਿਲਡਰਨਸ ਹੌਸਪੀਟਲ ਟ੍ਰੇਨਿੰਗ ਕਰਕੇ ਜਾਂ ਸਰੀ 'ਚ ਵੀ, ਤੇ ਅਸੀਂ ਮੋਸਟਲੀ ਸਟੈਫਲੋਕੋਕਸ ਇੱਕ ਬੈਕਟੀਰੀਆ ਹੁੰਦਾ ਉਹਦੇ ਵਿਸ ਤੋਂ ਜਾਂ ਪੋਇਜ਼ਨ ਤੋਂ ਅਸੀਂ ਸੋਚਦੇ ਹੁੰਦਾ ਸੀ। ਲੇਕਿਨ ਕੋਵਿਡ ਨੇ ਸਾਨੂੰ ਦੱਸਿਆ ਵੀ ਇਹ ਟੌਕਸਿਕ ਸ਼ੌਕ ਸਿੰਡਰੋਮ ਵੀ ਕਰ ਸਕਦਾ। ਜਿਹੜੇ ਨਾ ਬੱਚਿਆਂ ਦਾ ਇਮਿਊਨ ਸਿਸਟਮ ਹੈਗਾ, ਕਿਉਂਕਿ ਉਹਨਾਂ ਨੂੰ ਟੀਕੇ ਲੱਗੇ ਜਾ ਰਹੇ ਆ, ਉਹਨਾਂ ਦਾ ਇਮਿਊਨ ਸਿਸਟਮ ਔਨ ਗਾਰਡ ਰਹਿੰਦਾ, ਇਸ ਲਈ ਉਹਨਾਂ ਨੂੰ ਕੋਵਿਡ ਦੇ ਲੱਛਣ ਘੱਟ ਹੁੰਦੇ ਆ। ਲੇਕਿਨ ਕਈ ਬੱਚਿਆਂ ਦਾ ਇਮਿਊਨ ਸਿਸਟਮ ਹਾਈਪਰ ਮੋਡ 'ਚ ਚਲੇ ਜਾਂਦਾ, ਜਿਹਦੇ ਵਿੱਚ ਸਾਰੇ ਆਰਗਨ 'ਚ ਇਨਫਲੇਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ। ਇੱਕ ਕਿਸਮ ਦਾ ਤੂਫਾਨ ਆ ਜਾਂਦਾ ਜਾਂ ਸੁਨਾਮੀ ਵਾਂਗਰ ਹੋ ਜਾਂਦਾ, ਜਿਹਨੂੰ ਆਪਾਂ ਸਾਈਟੋਕਾਈਨ ਸਟਾਰਮ ਕਹੀਏ, CYTOKIN। ਇੱਕ ਇਨਫਲੇਮੇਟਰੀ ਟ੍ਰਾਂਸਮਿਟਰ ਹੁੰਦਾ ਜਿਹਦੇ ਕਰਕੇ ਸਾਰੇ ਲੱਛਣ ਹੁੰਦੇ ਆ। ਅੱਛਾ, ਡਾਕਟਰ ਸਾਹਿਬ ਜੀ ਇੱਕ ਗੱਲ ਇਹ ਦੱਸੋ ਵੀ ਜਿਹੜੇ ਪਹਿਲਾਂ ਤਾਂ ਇਹ ਹੈ ਕਿ ਬੱਚੇ ਇਮਿਊਨ ਆ, ਇਹਨਾਂ ਨੂੰ ਇਹ ਹੋ ਹੀ ਨਹੀਂ ਸਕਦਾ, ਨਾ ਕਰੋਨਾ ਵਾਇਰਸ ਵਰਗੇ ਜਿਹੜੇ ਹੋਰ ਤੁਸੀਂ ਦੱਸ ਰਹੇ ਹੋ ਕਿ ਇਹਦੀ ਪ੍ਰੈਜੈਂਟੇਸ਼ਨ ਹੋਰ ਨਹੀਂ ਹੋ ਸਕਦੀ। ਫਿਰ ਕਹਿੰਦੇ ਕਿ ਨਹੀਂ ਹੋ ਸਕਦਾ ਬੱਚਿਆਂ ਨੂੰ, ਕਈ ਬੱਚਿਆਂ ਦੀ ਡੈਥ ਦੀਆਂ ਖਬਰਾਂ ਆਈਆਂ। ਸਾਨੂੰ ਇਹ ਦੱਸੋ ਵੀ ਬੱਚਿਆਂ ਨੂੰ ਹਾਇਰ ਰਿਸਕ ਹੈ COVID-19 ਦਾ ਜਾਂ ਕਿ ਹੈ ਨਹੀਂ ਗਾ? ਸੇਮ ਰਿਸਕ ਹੈਗਾ ਹਰ ਇੱਕ ਪ੍ਰਾਣੀ ਨੂੰ, ਬਰਥ ਤੋਂ ਲੈ ਕੇ ਤੁਸੀਂ 110 ਸਾਲ ਦੇ ਜਿਹੜੇ ਵਿਅਕਤੀ ਆ ਉਹਦੇ ਵਿੱਚ ਵੀ ਦੇਖ ਰਹੇ ਹੋ ਉੱਕਾ ਪੁੱਕਾ ਰਿਪੋਰਟਾਂ ਆਉਂਦੀਆਂ, ਜਿਨ੍ਹਾਂ ਨੇ ਸਪੈਨਿਸ਼ ਫਲੂ ਵੀ ਹੰਡਾਇਆ ਤੇ ਹੁਣ ਕੋਵਿਡ ਤੋਂ ਵੀ ਉਹ ਠੀਕ ਹੋਇਆ। ਸੋ ਰਿਸਕ ਸਾਰਿਆਂ ਦੇ ਲਈ ਇਕੁਅਲ ਹੈਗਾ। ਸਭ ਤੋਂ ਜ਼ਿਆਦਾ ਰਿਸਕ ਅਸੀਂ ਦੇਖਦੇ ਹਾਂ ਵੀ ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ ਆ, ਜਿਹੜੇ ਇੰਸਟੀਟਿਊਸ਼ਨ ਜਾਂ ਪ੍ਰਿਜ਼ਨਸ 'ਚ ਹੈਗੇ ਆ, ਹਸਪੀਟਲ ਦਾ ਜਿਹੜਾ ਸਟਾਫ ਹੈਗਾ, ਔਰ ਮੈਨੂੰ ਲੱਗਦਾ 7 ਤੋਂ 10% ਜਿਹੜਾ ਹਸਪੀਟਲ ਦਾ ਸਟਾਫ ਆ ਇਸ ਵੇਲੇ ਉਹ ਕੋਰੋਨਾ ਐਕਸਪੋਜ਼ ਹੋ ਕੇ ਪੋਜ਼ਿਟਿਵ ਹੋ ਚੁੱਕਿਆ ਹੋਏਗਾ, ਹੀਲ ਹੋ ਚੁੱਕਿਆ ਹੋਏਗਾ, ਜਾਂ ਉਹ ਟ੍ਰੀਟਮੈਂਟ ਚੱਲ ਰਹੇ ਹੋਣਗੇ। ਸੋ ਸੇਮ ਹੀ ਜਿਹੜਾ ਹੈਗਾ ਸਕੂਲਾਂ ਦੇ ਵਿੱਚ ਹੈਗਾ, ਕਿਉਂਕਿ ਕਰਾਊਡ ਸਕੂਲਾਂ 'ਚ ਵੀ ਇਕੱਠਾ ਬਹੁਤ ਜ਼ਿਆਦਾ ਹੁੰਦਾ। ਸੋ ਕੋਈ ਵੀ ਏਜ ਇਮਿਊਨ ਨਹੀਂ ਆ। ਛੋਟਾ ਜਿਹੜਾ 1 ਦਿਨ ਦਾ ਬੇਬੀ ਬੌਰਨ ਹੋਇਆ ਉਸ ਤੋਂ ਲੈ ਕੇ 100 ਸਾਲ ਤੋਂ ਉੱਤੇ ਵਧੇਰੀ ਉਮਰ 'ਚ ਸਾਰਿਆਂ ਦਾ ਰਿਸਕ ਹੈਗਾ। ਹਾਂ, ਬੱਚਿਆਂ ਦੇ ਵਿੱਚ ਜਿਹੜਾ ਹੈਗਾ ਅਸੀਂ ਦੇਖਿਆ 2 to 3% ਬੱਚੇ ਜਿਹੜੇ ਸਿੱਕ ਹੁੰਦੇ, ਜ਼ਿਆਦਾ ਨਹੀਂ ਹੁੰਦੇ। ਜ਼ਿਆਦਾ ਇਹ ਉਹ ਲੋਕਾਂ ਦੇ ਉੱਤੇ ਜ਼ਿਆਦਾ ਹਾਵੀ ਹੋ ਕੇ ਉਹਨਾਂ ਨੂੰ ਹਸਪੀਟਲ ਭੇਜਦਾ। ਜਿਹੜਾ ਮੇਰੇ ਕੋਲ ਡੇਟਾ ਕੈਨੇਡਾ 'ਚ ਆਇਆ ਸੀ ਵੀ 19 ਸਾਲ ਤੋਂ ਥੱਲੇ, ਉਹਨਾਂ ਨੇ ਸਪਲਿਟ ਨਹੀਂ ਕੀਤਾ, ਖਾਲੀ 19 ਸਾਲ ਤੋਂ ਥੱਲੇ ਰੱਖਿਆ। ਉਹਦੇ ਸਿਰਫ ਕਰੀਬਨ 28 ਬੱਚਿਆਂ ਨੂੰ ਹਸਪੀਟਲ ਜਾਣਾ ਪਿਆ ਔਰ 3 ਨੂੰ ICU 'ਚ ਰੱਖਣਾ ਪਿਆ। ਔਰ ਇਹ ਬਹੁਤ ਥੋੜਾ ਆ ਕੰਪੇਅਰ ਟੂ ਐਡਲਟ ਜਿਹੜਾ ਅਸੀਂ ਰੋਜ਼ ਸ਼ੇਅਰ ਕਰਦੇ ਹਾਂ ਕਿੰਨੇ ਹਸਪੀਟਲ 'ਚ ਆ, ਕਿੰਨੇ ICU 'ਚ ਆ, ਕਿੰਨੀਆਂ ਡੈਥ ਹੋਈਆਂ। ਅੱਛਾ ਡਾਕਟਰ ਸਾਹਿਬ ਇਹ ਦੱਸੋ ਵੀ ਹੁਣ ਗੱਲ ਚੱਲ ਰਹੀ ਹੈ ਕਿ ਸਕੂਲ ਸ਼ਾਇਦ ਖੋਲ੍ਹੇ ਜਾਣ, ਪ੍ਰਾਇਮਰੀ ਸਕੂਲ ਖੋਲ੍ਹ ਦਿੱਤੇ ਜਾਣ, ਕੀ ਬੱਚਿਆਂ ਨੂੰ ਇਸ ਪੈਨਾਡੈਮਿਕ ਦੇ ਵਿੱਚ ਸਕੂਲ ਭੇਜਣਾ ਸੁਰੱਖਿਅਤ ਹੈ?
ਦੇਖੋ ਦੋ ਤਿੰਨ ਗੱਲਾਂ ਆਉਂਦੀਆਂ ਵੀ ਕਈ ਜਿਹੜੇ ਪੈਰੈਂਟਸ ਆ ਜਿਹੜੇ ਫਰੰਟ ਲਾਈਨ ਵਰਕਰ ਹੈਗੇ ਆ, ਜਿੱਦਾਂ ਦੋਵੇਂ ਹਸਬੈਂਡ ਵਾਈਫ ਉਹ ਡਾਕਟਰ ਤਾਂ ਹੁਣ ਹੈ ਵੀ ਜਾ ਜਾਂ ਰਹੇ ਬੱਚੇ। ਹਾਂਜੀ ਉਹ ਜਾ ਰਹੇ ਆ। ਸੋ ਉਹ ਠੀਕ ਹੈਗਾ, ਜਾਇਜ਼ ਹੈਗਾ ਕਿ ਉਹ ਬੱਚਿਆਂ ਵਾਸਤੇ ਕੋਈ ਨਹੀਂ ਹੈਗਾ। ਲੇਕਿਨ ਕਿਊਬੈਕ ਨੇ ਇੱਕ ਵੱਡਾ ਸਟੈਪ ਲਿੱਤਾ, ਜਿਹੜਾ ਕੱਲ ਤੋਂ ਉਹਨਾਂ ਨੇ ਸਕੂਲ ਖੋਲੇ ਆ, ਭਾਵੇਂ ਜਿਹੜੇ ਉਹ ਫਿਜ਼ੀਕਲ ਡਿਸਟੈਂਸ ਤੇ ਸਾਰੀ ਚੀਜ਼ਾਂ ਰੱਖ ਰਿਹਾ। ਮੇਰੇ ਹਿਸਾਬ ਨਾਲ ਦੇਖੋ ਮਹੀਨਾ ਕੀ ਰਹਿ ਗਿਆ ਸਕੂਲ ਦਾ, ਜਿੱਥੇ ਆਪਾਂ 2 ਮਹੀਨੇ ਨਹੀਂ ਗਏ ਸੀ, ਮਹੀਨਾ ਤਾਂ ਆਪਾਂ ਹੋਰ ਇਹਦੇ ਉੱਤੇ ਵਾਚ ਕਰ ਲਈਏ। ਸੈਪਟੈਂਬਰ ਤੋਂ ਸਕੂਲ ਜਿਹੜੇ ਹੈਗੇ ਠੀਕ ਰਹਿਣ। ਔਰ ਵਰਚੁਅਲੀ ਜਿਹੜੀ ਹੈਗੀ ਟੈਕਨੋਲੋਜੀ ਬਹੁਤ ਹੈਲਪ ਕਰ ਰਹੀ ਆ, ਬੱਚਿਆਂ ਨੂੰ ਘਰੇ ਵੀ ਸਿਖਾਇਆ ਜਾ ਸਕਦਾ। ਐਕਚੁਅਲੀ ਹੋਰ ਚੀਜ਼ਾਂ ਵੀ ਬੱਚੇ ਸਿੱਖ ਰਹੇ ਆ, ਕੁਕਿੰਗ, ਕਲੀਨਿੰਗ, ਵੈਕਿਊਮਿੰਗ, ਜਿਹੜੇ ਸੋਸ਼ਲ ਸਕਿੱਲਸ ਹੁੰਦੇ ਆ, ਮਿਊਜ਼ਿਕ, ਦੂਜੀ ਲੈਂਗੁਏਜਾਂ। ਸੋ ਮੇਰੀ ਪਰਸਨਲ ਡਿਸੀਜਨ ਹੈਗੀ ਆ ਵੀ ਸਕੂਲ ਇਸ ਸੀਜ਼ਨ ਨਾ ਖੋਲੇ ਜਾਣ, ਬਟ ਇਹ ਅਗੇਨ ਇਹ ਪੋਲੀਟੀਕਲ ਡਿਸੀਜਨ ਔਰ ਡਾਕਟਰ ਬੌਨੀ ਹੈਨਰੀ ਦੇ ਹੱਥ 'ਚ ਹੋਏਗਾ। ਡਾਕਟਰ ਸਾਹਿਬ, ਇੱਕ ਹੁਣ ਹੈਲਥ ਕੈਨੇਡਾ ਨੇ ਨਵਾਂ ਡਿਸੀਜਨ ਦਿੱਤਾ ਕਿ ਇੱਕ ਹੋਰ ਟੈਸਟ ਕੀਤਾ ਜਾ ਸਕਦਾ ਹੈ। ਉਹ ਟੈਸਟ ਕਹਿੰਦੇ ਲਾਹੇਵੰਦ ਸਾਬਤ ਹੋ ਸਕਦਾ ਹੈ। ਇਹ ਕੀ ਟੈਸਟ ਹੈ ਤੇ ਇਹ ਕਾਹਦੇ ਲਈ ਕੀਤਾ ਜਾਂਦਾ, ਕਿਉਂ ਲਾਹੇਵੰਦ ਰਹੇਗਾ? ਹੈਲਥ ਕੈਨੇਡਾ ਨੇ ਮਨਜ਼ੂਰੀ ਦਿੱਤੀ ਆ ਵੀ ਜਿਹੜਾ ਨਾ ਆਪਾਂ ਐਂਟੀਬਾਡੀ ਟੈਸਟ ਕਰਨਾ, ਔਰ ਇਹ ਹੈਗਾ ਡਾਇਓਸੋਰਿਨ ਇਟੈਲਿਕ ਕੰਪਨੀ DIASORIN। ਇਹਦਾ 5 ਹੋਰ ਆਫਿਸਿਸ ਹੈਗੇ ਵਰਲਡ 'ਚ, ਇੱਕ ਆਫਿਸ ਮਿਸੀਸਾਗਾ ਡਾਇਓਸੋਰਿਨ ਆ। ਇਹਨੇ ਅਪਲਾਈ ਕੀਤਾ ਸੀ ਪਹਿਲਾਂ ਅਮਰੀਕਾ 'ਚ, ਤੇ ਅਪ੍ਰੈਲ 'ਚ ਇਹਨਾਂ ਨੂੰ ਮਾਨਤਾ ਮਿਲ ਗਈ ਸੀ ਵੀ ਇਹਨਾਂ ਦੀ ਐਂਟੀਬਾਡੀ ਟੈਸਟ ਉੱਥੇ ਹੋ ਸਕਦੀ ਹੈ। ਅੱਜ ਹੈਲਥ ਕੈਨੇਡਾ ਨੇ ਇਹਨਾਂ ਨੂੰ ਮਾਨਤਾ ਦਿੱਤੀ ਆ ਵੀ ਕੈਨੇਡਾ 'ਚ ਅਗਰ ਕੋਈ ਐਂਟੀਬਾਡੀ ਟੈਸਟ ਹੋਏਗਾ ਤੇ ਡਾਇਓਸੋਰਿਨ ਦਾ ਹੋਏਗਾ। ਦੋ ਵੱਡੀਆਂ ਕੰਪਨੀਆਂ ਜਿਹੜੇ ਐਂਟੀਬਾਡੀ ਟੈਸਟ ਕਰ ਰਹੀਆਂ, ਇੱਕ ਐਬਟ ਆ ਤੇ ਇੱਕ ਡਾਇਓਸੋਰਿਨ ਆ। ਜਿਹੜੀ ਐਬਟ ਦਾ ਸਿੰਘ ਸਾਹਿਬ ਮੈਂ ਡਾਟਾ ਰਿਵਿਊ ਕੀਤਾ, ਉਹ ਐਕਚੁਅਲੀ 99.5% ਐਕੂਰੇਟ ਹੈਗਾ, ਔਰ ਡਾਇਓਸੋਰਿਨ 98.5% ਐਕੂਰੇਟ ਆ। ਸੋ 1% ਥੋੜਾ ਜਿਹਾ ਘੱਟ ਹੈਗਾ ਐਬਟ ਨਾਲੋਂ, ਲੇਕਿਨ ਹਰ ਕੰਟਰੀ ਦੀ ਆਪਣੀ ਆਪਣੀ ਥਿੰਕਿੰਗ ਪ੍ਰੋਸੈਸ ਹੁੰਦੀ ਹੈ। ਹੁਣ ਜਦੋਂ ਵੀ ਅਸੀਂ ਕੋਈ ਵਾਇਰਸ ਜਾਂ ਬੈਕਟੀਰੀਆ ਤੋਂ ਐਕਸਪੋਜ਼ ਹੋਏ ਆ, ਤੇ ਮੁੱਢਲੇ ਦਿਨਾਂ 'ਚ ਜਦੋਂ ਆਪਾਂ ਰਿਕਵਰ ਹੋ ਰਹੇ ਹਾਂ, ਆਉਣ ਵਾਲੇ 2 ਤੋਂ 6 ਹਫ਼ਤੇ 'ਚ IgM ਐਂਟੀਬਾਡੀਜ਼ ਜਿਹੜੀਆਂ ਬਣਦੀਆਂ, ਉਹ ਫਿਰ ਫੇਜ਼ ਆਊਟ ਹੋ ਕੇ ਫਿਰ IgG ਬਣਦੀਆਂ, ਜਿਹੜੀਆਂ ਸਾਡੇ ਵਿੱਚ 6 ਮਹੀਨੇ, ਸਾਲ, 2 ਸਾਲ ਜਾਂ ਪੂਰੀ ਉਮਰ ਰਹਿ ਸਕਦੀਆਂ। ਅਜੇ ਸਾਨੂੰ COVID-19 ਦਾ ਨਹੀਂ ਪਤਾ ਵੀ IgG ਸਾਡੇ ਵਿੱਚ ਕਿੰਨਾ ਟਾਈਮ ਤੱਕ ਰਹੂਗੇ। ਸਾਊਥ ਕੋਰੀਆ 'ਚ ਉਹਨਾਂ ਨੇ ਪਹਿਲਾਂ ਦੱਸਿਆ ਵੀ ਜਿਹੜੇ ਕੋਵਿਡ ਤੋਂ ਇਨਫੈਕਸ਼ਨ ਹੁੰਦੇ ਆ ਦੁਬਾਰਾ ਹੋ ਰਹੇ ਆ, ਲੇਕਿਨ ਜਦੋਂ ਉਹਨਾਂ ਨੇ ਉਹ ਵਿਅਕਤੀ ਜਿਹੜੇ ਰੀਇਨਫੈਕਸ਼ਨ ਵਾਲੇ ਦੇਖੇ, ਤੇ ਉਹਨਾਂ 'ਚ ਜਿਹੜਾ ਵਾਇਰਸ ਸੀ ਉਹ ਜ਼ਰੂਰ PCR 'ਚ ਆ ਰਿਹਾ ਸੀ, ਲੇਕਿਨ ਉਹ ਮਰਿਆ ਹੋਇਆ ਸੀ, ਡੈਡ ਸੀ, ਇਨਫੈਕਸ਼ਨ ਦੇ ਕਾਬਿਲ ਨਹੀਂ ਸੀ। ਸੋ ਉਹ ਫਾਲਸ ਪੋਜ਼ਿਟਿਵ ਸੀ। ਸੋ ਕੋਰੀਆ ਤੋਂ ਡੇਟਾ ਆ ਰਿਹਾ ਵੀ 99.5% ਲੋਕੀ ਐਂਟੀਬਾਡੀਜ਼ ਬਣਾ ਰਹੇ ਆ, ਲੇਕਿਨ ਸਾਨੂੰ ਇਹ ਨਹੀਂ ਪਤਾ ਉਹ ਕਿੰਨੇ ਚਿਰ ਤੱਕ ਰਹਿਣਗੀਆਂ। ਸੋ ਹੈਲਥ ਕੈਨੇਡਾ ਨੇ ਡਾਇਓਸੋਰਿਨ ਦੇ ਨਾਲ ਮਿਲ ਕੇ ਜਿਹੜਾ ਐਂਟੀਬਾਡੀ ਟੈਸਟ ਹੈ ਉਹ ਸ਼ੁਰੂ ਕਰਨਾ। ਇਹ 1 ਮਿਲੀਅਨ ਟੈਸਟ ਜਿਹੜਾ ਹੋਊਗਾ ਆਉਣ ਵਾਲੇ 2 ਸਾਲ 'ਚ, ਲੇਕਿਨ ਇਹਦੀ ਪ੍ਰਾਇਓਰਿਟੀ ਹੋਏਗੀ ਮੋਸਟਲੀ ਹੈਲਥ ਕੇਅਰ ਵਰਕਰ ਜਿਹੜੇ ਫਰੰਟ ਲਾਈਨ 'ਤੇ ਕੰਮ ਕਰ ਰਹੇ ਆ, ਜਾਂ ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ 'ਤੇ ਆ, ਜਾਂ 60 ਤੋਂ ਪਲੱਸ ਜਿਹੜੇ ਵਲਨਰੇਬਲ ਪੋਪੂਲੇਸ਼ਨ ਉਹਨਾਂ 'ਚ ਪਹਿਲੋਂ ਹੋਊਗਾ, ਕਿਉਂਕਿ ਟੈਸਟਿੰਗ ਬਹੁਤ ਮਹਿੰਗੇ ਆ। ਔਰ ਇਹ ਸਾਨੂੰ ਪਹਿਲੀ ਵਾਰ ਦੱਸਣਗੇ ਵੀ ਕਮਿਊਨਿਟੀ 'ਚ ਕਿੰਨੇ ਲੋਕਾਂ ਨੂੰ ਕੋਵਿਡ ਹੋਇਆ, ਕਿਉਂਕਿ 25% ਜਿਹੜਾ ਕੋਵਿਡ ਦੇ ਜਿਹੜੇ ਵਿਅਕਤੀ ਜਿਨ੍ਹਾਂ ਨੂੰ ਹੋਇਆ, ਉਹਨਾਂ ਨੂੰ ਇੰਨੇ ਲੱਛਣ ਨਹੀਂ ਸੀ, ਉਹਨਾਂ ਨੇ ਟੈਸਟਿੰਗ ਵੀ ਨਹੀਂ ਕਰਾਈ। ਜਿੱਦਾਂ ਤੁਸੀਂ ਵੀ ਅਸੀਂ ਵੀ ਸਾਰੇ ਜਾਣਦੇ ਹਾਂ ਵੀ ਮੁੱਢਲੇ ਦਿਨਾਂ 'ਚ ਇੱਥੇ BC 'ਚ ਵੀ ਜਿਨ੍ਹਾਂ ਨੂੰ ਕੋਵਿਡ ਦੇ ਲੱਛਣ ਸੀ, ਉਹਨਾਂ ਨੂੰ ਕਿਹਾ ਸੀ ਜਾਓ ਘਰ ਜਾਓ, 14 ਦਿਨ ਆਈਸੋਲੇਸ਼ਨ 'ਚ ਰਹੋ, ਅਗਰ ਕੰਪਲੀਕੇਸ਼ਨ ਹੁੰਦਾ ਤਾਂ ਹਸਪਤਾਲ 'ਚ ਆਇਓ। ਸੋ ਉਹਨਾਂ ਦਾ ਕੋਈ ਟੈਸਟਿੰਗ ਨਹੀਂ ਹੋਇਆ। ਸੋ ਸਾਨੂੰ ਐਕੂਰੇਸੀ ਔਰ ਡੇਟਾ ਪਹਿਲੀ ਵਾਰੀ ਮਿਲੇਗਾ ਵੀ ਕਿੰਨੇ ਵਿਅਕਤੀ ਜਿਹੜੇ ਹੈਗੇ ਆ। ਉਸ ਤੋਂ ਫਿਰ ਨਾ ਇਹ ਪ੍ਰੋਜੈਕਟ ਕਰਦੇ ਆ ਵੀ ਕਮਿਊਨਿਟੀ 'ਚ ਕਿੰਨੇ % ਨੂੰ ਹੋ ਚੁੱਕਿਆ, ਕਿਉਂਕਿ ਨਿਊਯਾਰਕ 'ਚ ਜਿਹੜੇ ਕਿਊਮੋ ਆ, ਜਿਹੜੇ ਉਹਨਾਂ ਦੇ ਗਵਰਨਰ ਆ, ਉਹਨਾਂ ਨੇ ਪਿਛਲੇ ਮਹੀਨੇ ਜਿਹੜਾ ਐਂਟੀਬਾਡੀ ਟੈਸਟ ਕੀਤਾ ਸੀ ਤੇ 22% ਉਦੋਂ, ਅੱਜ ਤੇ ਮਹੀਨਾ ਹੋ ਗਿਆ, ਮੈਨੂੰ ਲੱਗਦਾ ਨੰਬਰ ਵਧੇ ਹੋਣਗੇ, 22% ਨੂੰ ਕੋਵਿਡ ਹੋ ਚੁੱਕਿਆ ਸੀ ਵੱਖ-ਵੱਖ ਕਾਉਂਟੀ 'ਚ, ਜਿਨ੍ਹਾਂ ਨੂੰ ਲੱਛਣ ਵੀ ਨਹੀਂ ਸੀ ਜਾਂ ਜਿਨ੍ਹਾਂ ਨੇ ਕੋਵਿਡ ਬਾਰੇ ਸੋਚਿਆ ਵੀ ਨਹੀਂ ਸੀ, ਜਾਂ ਜਿਨ੍ਹਾਂ ਦੇ ਬਹੁਤ ਮਾਈਲਡ ਸਿੰਪਟਮ ਸੀ। ਔਰ ਇਹੀ ਡੇਟਾ ਯੂਰਪ ਤੋਂ ਆ ਰਿਹਾ, ਇਟਲੀ ਤੋਂ ਆ ਰਿਹਾ, ਆਈਸਲੈਂਡ ਤੋਂ ਆ ਰਿਹਾ ਵੀ ਕਰੀਬਨ 25-30% ਜਿਹੜੇ ਹੈਗੇ ਲੋਕੀ ਐਕਸਪੋਜ਼ ਹੋਏ। ਸਵੀਡਨ 'ਚ ਉਹਨਾਂ ਨੇ ਨਾ ਡਿਫਰੈਂਟ ਰੂਟ ਲਿੱਤਾ ਸੀ, ਉਹਨਾਂ ਨੇ ਬੰਦ ਨਹੀਂ ਕੀਤਾ ਕੁਝ ਵੀ, ਲੇਕਿਨ ਉਹਨਾਂ ਨੇ ਫਿਜ਼ੀਕਲ ਡਿਸਟੈਂਸ 50 ਤੋਂ ਉੱਤੇ ਗੈਦਰਿੰਗ ਨਹੀਂ ਰੱਖੀ, ਸਕੂਲ ਰੱਖੇ ਖੁੱਲੇ, ਰੈਸਟੋਰੈਂਟ ਵੀ, ਸਾਰਾ ਕੁਝ। ਉੱਥੇ ਜਿਹੜਾ ਹੈਗਾ ਕਰੀਬਨ 30-32% ਲੋਕਾਂ ਨੂੰ ਇਹ ਹੋ ਚੁੱਕਿਆ। ਇਹ ਇਸ ਲਈ ਜਾਣਨਾ ਜ਼ਰੂਰੀ ਆ, ਜਦੋਂ ਆਪਾਂ ਕਮਿਊਨਿਟੀ ਇਮਿਊਨਿਟੀ ਦੀ ਗੱਲ ਕਰਦੇ ਹਾਂ, ਦੇਖੋ ਇਹਦਾ ਪੁਰਾਣਾ ਨਾਮ ਸੀ ਹਰਡ ਇਮਿਊਨਿਟੀ। ਹਰਡ ਦਾ ਮਤਲਬ ਹੁੰਦਾ ਸਿੰਘ ਸਾਹਿਬ ਵੀ ਜਿੱਥੇ ਪਸ਼ੂਆਂ ਨੂੰ ਇਕੱਠੇ ਕੀਤਾ ਜਾਏ ਉਹਨੂੰ ਹਰਡ ਕਹਿੰਦੇ ਆ। ਸੋ ਡਾਕਟਰ ਬੌਨੀ ਹੈਨਰੀ ਨੇ ਇਹਦਾ ਨਾ ਕਮਿਊਨਿਟੀ ਇਮਿਊਨਿਟੀ ਰੱਖ ਦਿੱਤਾ ਵੀ ਜਦ 70 ਤੋਂ 90% ਲੋਕੀ ਆ ਉਹਦੇ ਵਿੱਚ ਇਮਿਊਨਿਟੀ ਹੋਏ ਤੇ ਉਹ ਬੈਕਟੀਰੀਆ ਵਾਇਰਸ ਡਾਈ ਡਾਊਨ ਹੋ ਜਾਂਦਾ।
ਲੇਕਿਨ ਅਸੀਂ ਸਵੀਡਨ 'ਚ ਵੀ ਦੇਖਿਆ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਹਰਡ ਜਾਂ ਕਮਿਊਨਿਟੀ ਇਮਿਊਨਿਟੀ ਦੀ, ਲੇਕਿਨ ਉਹ 30% ਤੱਕ ਹੀ ਗਏ, ਜ਼ਿਆਦਾ ਨਹੀਂ ਜਾ ਸਕੇ। ਸੋ ਇਹਦੇ ਵਿੱਚ ਸਾਨੂੰ ਵੈਕਸੀਨ ਵਾਸਤੇ ਹੀ ਇੰਤਜ਼ਾਰ ਕਰਨਾ ਪਏਗਾ। ਡਾਕਟਰ ਸਾਹਿਬ, ਇੱਕ ਹੋਰ ਜਿਹੜਾ ਅੱਜ ਟੈਸਟ ਕਰਨ ਦੀ ਗੱਲਬਾਤ ਚੱਲੀ ਹੈ, ਜਿਸ 'ਤੇ ਚਿੰਤਾ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਕਈ ਐਥੀਕਲ ਸਵਾਲ ਪੈਦਾ ਹੋ ਗਏ ਨੇ। ਜਿਹੜੀਆਂ ਵੈਕਸੀਨਸ ਡਿਵੈਲਪ ਕਰਨ ਲਈ ਐਨੀਮਲਸ ਦੇ ਉੱਤੇ ਜਾਂ ਬਾਹਰ ਮਨੁੱਖੀ ਸਰੀਰ ਤੋਂ ਬਾਹਰ ਤਜਰਬੇ ਕੀਤੇ ਜਾਂਦੇ ਸੀ, ਜਿਹਦੇ 'ਚ ਉਹਨਾਂ 'ਚ ਪ੍ਰੋਟੀਨ ਡਿਵੈਲਪ ਕੀਤੀ ਜਾਂਦੀ, ਫਿਰ ਸਕਿਮ ਕਰ ਲਈ ਜਾਂਦੀ, ਅਤੇ ਫਿਰ ਉਸ ਤੋਂ ਬਾਅਦ ਉਹਨੂੰ ਸਕਿਮ ਕਰਕੇ ਐਨੀਮਲਸ ਦੇ ਵਿੱਚ ਇੰਜੈਕਟ ਕਰਕੇ ਪਤਾ ਲਾਉਂਦੇ ਸੀ। ਕਹਿੰਦੇ ਕਿ ਉਹ ਤਜਰਬਾ ਹੁਣ ਹਿਊਮਨਸ ਦੇ ਵਿੱਚ ਹੋਣਾ, ਅਤੇ 600 ਵਿਅਕਤੀ, ਜੇ ਉਹ 600 ਵਿਅਕਤੀਆਂ 'ਤੇ ਤਜਰਬਾ ਕੀਤਾ ਜਾਂਦਾ, ਹੋ ਸਕਦਾ 2 ਜਾਂ 3 ਉਸ 'ਚ ਮੌਤਾਂ ਹੋ ਜਾਣ। ਲੇਕਿਨ ਉਹ ਕਹਿੰਦੇ ਅਸੀਂ ਜਵਾਨ ਮੁੰਡੇ ਕੁੜੀਆਂ ਰੱਖਣੇ ਆ ਤਾਂ ਕਿ ਉਹਨਾਂ ਦੇ ਸਰਵਾਈਵ ਹੋਣ ਦੇ ਚਾਂਸਿਸ ਵੱਧ ਜਾਣ। ਲੋਕ ਵੋਲੰਟੀਅਰ ਕਰ ਰਹੇ ਇਸ ਲਈ। ਇਹ ਟੈਸਟ ਕੀ ਆ ਅਤੇ ਵੈਕਸੀਨ ਡਿਵੈਲਪ ਕਰਨ 'ਚ ਕਿਵੇਂ ਸਹਾਈ ਹੋਵੇਗਾ? ਜਿਹੜਾ ਹੈਗਾ ਅਜੇ ਇਹ ਨਿਊਜ਼ ਹੈਗੀ ਆ ਔਰ CNN 'ਚ ਆ ਰਹੀ ਆ। ਕਈ ਜਿਹੜੇ ਵਿਅਕਤੀ ਹੈਗੇ ਆ ਉਹ ਬਹੁਤ ਦਿਆਲੂ ਹੁੰਦੇ ਆ, ਐਲਟਰੂਇਜ਼ਮ ਹੁੰਦਾ। ਤੁਸੀਂ ਦੇਖਿਆ ਹੋਣਾ ਵੀ ਕਈ ਲੋਕੀ ਆ ਅਨਰਿਲੇਟਿਡ ਲੋਕਾਂ ਨੂੰ ਆਪਣੀ ਕਿਡਨੀ ਦੇ ਦਿੰਦੇ ਆ, ਜਿਹਦੇ ਵਿੱਚ ਉਹ ਕਿਸੇ ਦੀ ਮਦਦ ਕਰਨਾ ਚਾਹੁੰਦੇ ਆ। ਇਹਦੇ ਵਿੱਚ ਕਈ ਯੂਥ ਹੈਗੇ ਆ ਜਿਹੜੇ ਕਹਿ ਰਹੇ ਆ ਵੀ ਅਸੀਂ ਬਿਲਕੁਲ ਸਾਹਮਣੇ ਆਉਣਾ, ਸਾਨੂੰ ਐਕਸਪੋਜ਼ ਕਰੋ, ਵੈਕਸੀਨ ਦਿਓ ਤੇ ਦੇਖੋ, ਕਿਉਂਕਿ ਜਿਹੜਾ ਹਿਊਮਨ ਟਰਾਇਲ ਆ ਉਸ ਤੋਂ ਹੀ ਸਾਨੂੰ ਪਤਾ ਲੱਗੂਗਾ ਵੀ ਅਸੀਂ ਸਕਸੈਸ ਹੁੰਦੇ ਕਿ ਨਹੀਂ ਹੁੰਦੇ ਆ। ਇਹਦੇ ਵਿੱਚ 2 ਗੱਲਾਂ ਵੀ ਹੋ ਸਕਦਾ ਵੀ ਉਹਦੇ ਵਿੱਚ ਉਹਨਾਂ ਨੂੰ ਜਦੋਂ ਐਕਸਪੋਜ਼ ਕਰਦੇ ਆ ਇੰਜੈਕਸ਼ਨ ਦੇ ਰਾਹੀਂ ਜਾਂ ਨੱਕ ਦੇ ਰਾਹੀਂ ਕਰੋਨਾ ਵਾਇਰਸ ਤੋਂ, ਤੇ ਉਹ ਜ਼ਿਆਦਾ ਸਿੱਕ ਵੀ ਹੋ ਸਕਦੇ ਆ, ਹਸਪੀਟਲ 'ਚ ਵੀ ਐਡਮਿਟ ਹੋ ਸਕਦੇ ਆ ਜਾਂ ਵੈਂਟੀਲੇਟਰ 'ਤੇ ਵੀ ਜਾ ਸਕਦੇ ਆ। ਲੇਕਿਨ ਉਹ ਸਾਰਾ ਆਪਣੇ ਹੋਸ਼ੋ ਹਵਾਸ 'ਚ ਰਹਿ ਕੇ ਇਹ ਸਟੱਡੀ 'ਚ ਆਉਣਾ ਚਾਹੁੰਦੇ ਆ ਤਾਂ ਕਿ ਹੋਰ ਮਨੁੱਖਤਾ ਦੇ ਜਿਹੜੇ ਲੋਕ ਆ ਉਹਨਾਂ ਦਾ ਭਲਾ ਹੋ ਸਕੇ ਔਰ ਛੇਤੀ ਜਿਹੜੀ ਹੈ ਵੈਕਸੀਨ ਦੀ ਕਾਢ ਹੋ ਸਕੇ। ਕਿਉਂਕਿ ਅਗਰ ਆਪਾਂ ਟ੍ਰੈਡੀਸ਼ਨਲ ਵੈਕਸੀਨ ਦੇਖੀਏ ਤਕਰੀਬਨ 5 ਸਾਲ ਲੱਗਦੀ ਆ, ਔਰ ਕਿਉਂਕਿ ਸਾਡੇ ਕੋਲ ਸਾਰਸ ਦਾ ਥੋੜਾ ਡੇਟਾ ਅਵੇਲੇਬਲ ਹੈਗਾ, ਉਸ ਹਿਸਾਬ ਦੇ ਨਾਲ ਅਗਰ ਅਸੀਂ ਚੱਲੀਏ ਤੇ 12 ਤੋਂ 18 ਮਹੀਨੇ ਫਿਰ ਵੀ ਲੱਗਣੇ ਆ, ਕਿਉਂਕਿ ਹਿਊਮਨ 3 ਫੇਜ਼ 'ਚ ਟ੍ਰਾਇਲਸ 'ਚ ਚੱਲਦੀ ਆ। ਸੋ ਇਹ ਜਿਹੜਾ ਹੈਗਾ ਵੀ ਡੈਲੀਬਰੇਟ ਐਕਸਪੋਜ਼ ਕਰਕੇ ਵੈਕਸੀਨ ਡਿਵੈਲਪ ਕਰਨਾ, ਵੈਕਸੀਨ ਨੂੰ ਐਕਸਪੋਜ਼ ਹੋ ਕੇ ਦੇਖਣਾ, ਇਹ ਇੱਕ ਮੈਂ ਕਹੂੰਗਾ ਵੀ ਕੁਰਬਾਨੀ ਵਾਲਾ ਜਜ਼ਬਾ ਹੈਗਾ। ਔਰ ਜਿਹੜੇ ਯੂਥ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਉਹਨਾਂ ਦੇ ਅੱਗੇ ਮੇਰਾ ਸਿਰ ਝੁਕਦਾ, ਕਿਉਂਕਿ ਬਹੁਤ ਵੱਡਾ ਰਿਸਕ ਆ। ਲੇਕਿਨ ਉਹ ਦੂਜੇ ਜਿਹੜੇ 7 ਬਿਲੀਅਨ ਅਸੀਂ ਵਿਅਕਤੀ ਆ ਉਹਨਾਂ ਦੇ ਅੱਛਾਈ ਵਾਸਤੇ ਰਿਸਕ ਲੈਣਾ ਚਾਹੁੰਦੇ ਆ। ਪਹਿਲਾਂ ਵੀ ਸੀ ਕੋਈ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਕਿ ਉਹ ਬਾਂਹ ਦੇ ਥੱਲੇ ਇੰਜੈਕਸ਼ਨ ਲਾ ਦਿੰਦੇ ਸੀ, ਫਿਰ ਉਸ ਤੋਂ ਬਾਅਦ ਉਹ ਰਿਐਕਸ਼ਨ ਦੇਖਦੇ ਸੀ। ਵੈਕਸੀਨ ਡਿਵੈਲਪ ਕਰਨ ਦੇ ਵਿੱਚ ਉਹਦਾ ਕੋਈ ਰੋਲ ਆਇਆ ਉਸ ਦਾ ਕੋਈ? ਕਾਫੀ ਇੱਕ ਵੀਡੀਓ ਵਾਇਰਲ ਹੋਈ ਸੀ, ਨਾਰਵੇ ਦੇ ਵਿੱਚੋਂ ਸੀ, ਆਪਣਾ ਹਿੰਦੁਸਤਾਨ ਮੂਲ ਦਾ ਵਿਅਕਤੀ ਸੀ, ਜਿਹਦੇ ਜਿਹੜਾ ਫੋਰਆਰਮ ਹੈਗਾ ਜਿੱਥੇ ਜੇ ਆਪਾਂ ਘੜੀ ਬੰਨਦੇ ਥੋੜਾ ਕੁ ਉੱਤੇ, ਉਹ ਸਬਕਿਊਟੇਨੀਅਸ ਵਾਇਰਸ ਇੰਜੈਕਟ ਕਰਕੇ ਫਿਰ ਐਵਰੀਡੇ ਉਹਦੀ ਚੈੱਕਅਪ ਹੁੰਦੀ ਸੀ। ਉਹਨੇ ਡਿਸਕ੍ਰਾਈਬ ਪਹਿਲੀ ਵਾਰ ਕੀਤਾ ਸੀ ਵੀ ਮੇਰੀ ਨੱਕ ਦੀ ਸਮੈਲ ਜਾਂਦੀ ਰਹੀ ਆ, ਕਿਉਂਕਿ ਉਹ ਸਾਨੂੰ ਪਤਾ ਆ ਵੀ 70 ਤੋਂ 80% ਲੋਕੀ ਜਿਨ੍ਹਾਂ ਨੂੰ ਕੋਵਿਡ ਹੁੰਦਾ ਉਹਨਾਂ ਨੂੰ ਕੁਝ ਦਿਨਾਂ ਵਾਸਤੇ ਸਮੈਲ ਔਰ ਟੇਸਟ ਚਲਾ ਜਾਂਦਾ। ਫਿਰ ਉਹ ਐਂਟੀਬੋਡੀਜ਼ ਜਿਹੜੇ ਉਹਦੇ ਲੈਵਲ ਦੇਖਦੇ ਆ, ਉਹ ਫਿਰ ਬਾਅਦ ਚ ਵੈਕਸੀਨ ਡਿਵੈਲਪਮੈਂਟ ਕਰਨ 'ਚ ਸਹਾਈ ਹੁੰਦੇ ਆ। ਆਲਰੇਡੀ ਜਿਹੜਾ ਹੈਗਾ ਵੱਖ-ਵੱਖ ਕੰਟਰੀਜ਼ 'ਚ ਚੱਲ ਰਿਹਾ, ਕਿਉਂਕਿ ਹਰ ਇੱਕ ਵਿਅਕਤੀ ਚਾਹੁੰਦਾ ਵੀ ਅਸੀਂ ਇਹਦੇ ਵਿੱਚ ਹੋਈਏ। ਹੁਣ ਫਾਈਜ਼ਰ ਨੇ ਜਿਹੜੀ ਵੈਕਸੀਨ ਜਿਹੜੀ ਹੈਗੀ ਸਾਹਮਣੇ ਲੈ ਕੇ ਆ ਰਹੇ ਆ, ਜਿਹੜੀ ਮੋਡਰਨਾ ਔਰ ਫਾਈਜ਼ਰ ਦੀ ਜਿਹੜੀ ਹਿਊਮਨ ਟ੍ਰਾਇਲਸ ਤੇ ਮੋਡਰਨਾ ਦੀ ਚੱਲ ਰਹੀ ਹੈ ਮੈਸਾਚੂਸੇਟਸ ਅਮਰੀਕਾ ਦੇ ਵਿੱਚ, ਉਹਦੇ ਵਿੱਚ ਉਹ ਚਾਹੁੰਦੇ ਆ, ਔਰ ਡਾਕਟਰ ਐਂਥਨੀ ਫੌਸੀ ਦੇ ਸਟੇਟਮੈਂਟ ਵੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਵੀ ਅਗਰ ਸੈਕਿੰਡ ਵੇਵ ਹੁੰਦਾ ਤੇ ਵੈਕਸੀਨ ਛੇਤੀ ਡਿਵੈਲਪ ਹੋਊਗੀ, ਕਿਉਂਕਿ ਜਿਹੜੇ ਹਿਊਮਨ ਟ੍ਰਾਇਲ ਤੋਂ ਚੱਲ ਰਹੇ ਆ ਉਹ ਅਗਰ ਐਕਸਪੋਜ਼ ਹੁੰਦੇ ਵਾਇਰਸ ਨੂੰ, ਉਸ ਤੋਂ ਪਤਾ ਲੱਗੇਗਾ ਵੀ ਐਕਚੁਅਲ ਪ੍ਰੋਟੈਕਸ਼ਨ ਮਿਲਦੀ ਕਿ ਨਹੀਂ ਮਿਲਦੀ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਆਊਟ ਆਫ ਮੈਡੀਸਿਨ ਬਾਕਸ ਤੋਂ ਥਿੰਕਿੰਗ ਤਾਂ ਹੈਗੀ ਆ, ਲੇਕਿਨ ਇਹ ਐਕਸਟਰਾ ਮਤਲਬ ਟਾਈਮ ਇਹੋ ਜਿਹਾ ਹੈਗਾ ਵੀ ਅਸੀਂ ਕਦੀ ਪਹਿਲੋਂ ਦੇਖਿਆ ਨਹੀਂ ਆ। 100 ਸਾਲ ਪਹਿਲੋਂ ਸਪੈਨਿਸ਼ ਫਲੂ ਨੇ ਇਹੋ ਜਿਹੀ ਦਹਿਸ਼ਤ ਮਚਾਈ ਸੀ ਜਿੱਥੇ 50 ਮਿਲੀਅਨ ਲੋਕੀ ਜਿਹੜੇ ਹੈਗੇ ਜਾਨ ਖੋ ਬੈਠੇ ਸੀ। ਔਰ ਇਹ ਜਿਹੜਾ ਹੈਗਾ ਤਸ਼ੱਦਦ ਅਸੀਂ ਆਪਣੀ ਲਾਈਫ 'ਚ ਦੁਬਾਰਾ ਨਹੀਂ ਦੇਖਣਾ, ਲੇਕਿਨ ਇਹਦੇ ਵਿੱਚ ਐਕਸਟਰਾ ਆਰਡੀਨਰੀ ਮੈਜਰ ਜਿਹੜੇ ਹੈਗੇ ਆ ਉਹ ਸਾਹਮਣੇ ਲੈ ਕੇ ਜਾ ਰਹੇ ਆ। ਜਿਹੜਾ ਕੈਨਸਾਈਨੋ ਬਾਇਓ ਹੈਗੀ ਆ, ਉਹਨਾਂ ਨੇ ਵੀ ਕੱਲ ਜਿਹੜੇ ਆ ਆਪਣੇ ਨੈਸ਼ਨਲ ਰਿਸਰਚ ਕਾਊਂਸਲ ਆਫ ਕੈਨੇਡਾ ਦੇ ਨਾਲ ਸੰਬੰਧੀ ਕੀਤੀ ਆ, ਇੱਥੇ ਵੈਕਸੀਨ ਟ੍ਰਾਇਲ ਕਰਨ ਦੀ ਗੱਲ ਚੱਲ ਰਹੀ ਆ। ਉਹਨਾਂ ਨੇ ਪਹਿਲਾਂ ਬਾਂਦਰਾਂ 'ਚ ਟ੍ਰਾਇਲ ਕਰ ਲਈ ਆ, ਸਕਸੈਸਫੁਲ ਆ। ਜਿਹੜੇ ਇਟਾਲੀ ਦੇ ਹੈਗੇ ਆ ਉਹਨਾਂ ਨੇ ਚੂਹਿਆਂ 'ਚ ਟ੍ਰਾਇਲ ਕਰ ਲਈ, ਸਕਸੈਸਫੁਲ ਆ। ਆਕਸਫੋਰਡ 'ਚ ਹਿਊਮਨ ਟ੍ਰਾਇਲ ਚੱਲ ਰਹੀ ਆ, ਲੇਕਿਨ ਉਹਨਾਂ ਦੀ ਸੰਬੰਧ ਭਾਰਤ ਬਾਇਓਟੈਕ ਔਰ ਸੀਰਮ ਇੰਸਟੀਚਿਊਟ ਆਫ ਪੂਨੇ ਦੇ ਨਾਲ ਹੈਗੇ ਆ। ਉਹ ਐਕਚੁਅਲੀ ਅਡੀਨੋ ਵਾਇਰਸ ਯੂਜ਼ ਕਰ ਰਹੇ ਆ,
ਅਡੀਨੋ ਵਾਇਰਸ ਕੋਰੋਨਾ ਵਾਇਰਸ ਨਾਲ ਮਿਲਦਾ ਜੁਲਦਾ ਵਾਇਰਸ ਹੈਗਾ, ਉਹ ਵੀ ਸੇਮ ਲੱਛਣ ਕਰਦਾ ਜਿਹੜਾ ਰੈਸਪੀਰੇਟਰੀ ਸਿਸਟਮ ਤੇ ਹੁੰਦਾ। ਤੇ ਉਹਦੀ ਜਿਹੜੀ ਲੌਕ-ਇਨ ਕੀ ਆ, ਉਹ ਹੈਗੀ ਆ ACE2 ਰਿਸੈਪਟਰ। ਜਿੱਦਾਂ ਤਾਲੇ ਦੀ ਚਾਬੀ ਹੁੰਦੀ ਆ, ਇਹ ACE2 ਰਿਸੈਪਟਰ 'ਚ ਜਾ ਕੇ ਇਹਦੀ ਸਪਾਈਕ ਆ, ਉਹ ਲੌਕ-ਇਨ ਹੋ ਕੇ ਫਿਰ ਆਪਣਾ ਜਿਹੜਾ RNA ਮਟੀਰੀਅਲ ਸਾਡੇ ਸੈੱਲ 'ਚ ਪਾਉਂਦਾ, ਸਾਡੇ ਸੈੱਲ ਦਾ ਜਿਹੜਾ ਮਟੀਰੀਅਲ ਜਿਹੜਾ ਹੈਗਾ ਪ੍ਰੋਸੈਸ ਕਰਕੇ ਆਪਣਾ ਲੋਡ ਜਿਹੜਾ ਹੈਗਾ ਵਾਇਰਸ ਵਧਾਉਂਦਾ। ਸੋ ਹਰ ਇੱਕ ਜਿਹੜਾ ਹੈਗਾ ਵੈਕਸੀਨ ਡਿਵੈਲਪਰ 6 ਤੋਂ ਜ਼ਿਆਦਾ ਟਰਾਇਲਸ ਚੱਲ ਰਹੀਆਂ, ਉਹ ਇਹੀ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਵੈਕਸੀਨ ਆ ਉਹ ਵੱਖ-ਵੱਖ ਵਾਇਰਸ ਦੇ ਕੰਪੋਨੈਂਟ ਤੋਂ ਤਿਆਰ ਕਰਕੇ ਦੇਖਿਆ ਜਾਏ ਵੀ ਕਿਹੜਾ ਸਭ ਤੋਂ ਜ਼ਿਆਦਾ ਇਫੈਕਟਿਵ ਹੈ। ਜਿਹੜਾ ਹਿਊਮਨ ਟਰਾਇਲ ਹੈ, ਜ਼ਰੂਰ ਮੈਂ ਮੰਨਦਾ ਇਹਦੇ ਵਿੱਚ ਹੋ ਸਕਦਾ ਵੀ ਸ਼ਾਇਦ ਕੋਈ ਮੌਤ ਨਾ ਹੋਵੇ, ਸ਼ਾਇਦ 1-2% ਜਾਂ 1-2 ਵਿਅਕਤੀ ਨਾ ਬਚ ਪਾਏ, ਲੇਕਿਨ ਉਹ ਵਿਅਕਤੀ ਆਪਣੇ ਹੋਸ਼ ਵਾਸਤੇ ਇਹ ਸਟੈਪ ਲੈ ਰਹੇ ਆ ਸਾਨੂੰ ਬਚਾਉਣ ਵਾਸਤੇ। ਅੱਛਾ ਡਾਕਟਰ ਸਾਹਿਬ, ਖੁਦਾ ਨਾ ਖਾਸਤਾ ਹੋਵੇ ਨਾ ਕਿਸੇ ਦੇ ਬੱਚੇ ਨੂੰ ਇਹ ਬਿਮਾਰੀ, ਪਰ ਜੇ ਕਿਸੇ ਨੂੰ COVID-19 ਬੱਚੇ ਨੂੰ ਹੋ ਜਾਂਦਾ ਹੈ ਔਰ ਉਸ ਦੇ ਦੌਰਾਨ ਕਿਹੜੀਆਂ ਮੈਡੀਸਨ ਨੇ, ਕਿਹੜੀਆਂ ਮੈਡੀਕੇਸ਼ਨ ਸੇਫ ਨੇ ਓਵਰ ਦਾ ਕਾਊਂਟਰ ਵੀ ਜਾਂ ਦੂਸਰੀਆਂ ਵੀ ਜਿਹੜੀਆਂ ਬੱਚੇ ਨੂੰ ਦਿੱਤੀਆਂ ਜਾ ਸਕਦੀਆਂ ਨੇ? ਦੇਖੋ ਜਿਹੜਾ COVID-19 ਹੈ ਇਹਦੇ ਲਈ ਕੋਈ ਵੀ ਦਵਾਈ ਪੁਸ਼ਟੀ ਆਈ ਨਹੀਂ ਆ, ਭਾਵੇਂ ਹਾਈਡਰੋਕਸੀਕਲੋਰੀਕੁਇਨ, ਐਜ਼ੋਥਾਇਓਪ੍ਰਿਨ, ਰੈਮਡੈਸਿਵਿਰ, ਬੜੀਆਂ ਚੀਜ਼ਾਂ ਦੀ ਗੱਲ ਚੱਲੀ ਆ। ਅਗਰ ਬੁਖਾਰ ਹੁੰਦਾ ਤੇ ਟਾਇਲੇਨੋਲ ਸੇਫ ਮੰਨੀ ਗਈ ਆ। ਟਾਇਲੇਨੋਲ ਦਾ ਡੋਜ਼ ਹੁੰਦਾ 10 ਮਿਲੀਗ੍ਰਾਮ ਪਰ ਕਿਲੋ, ਜਿਹੜੇ ਬੱਚੇ ਦਾ ਵਜਨ ਹੈ। ਅਗਰ ਕੋਈ ਬੱਚਾ 10 ਕਿਲੋ ਦਾ, ਉਹਨੂੰ 100 ਮਿਲੀਗ੍ਰਾਮ ਦੇਣਾ, 12 ਕਿਲੋ ਦਾ 120 ਮਿਲੀਗ੍ਰਾਮ ਹਰ 4 ਤੋਂ 6 ਘੰਟੇ ਬਾਅਦ। ਦੂਜੀ ਗੱਲ ਮੈਂ ਇੱਥੇ ਇਹ ਵੀ ਆਖੂੰਗਾ ਵੀ ਜਿਹੜਾ ਬੁਖਾਰ ਹੁੰਦਾ ਉਹ ਬੋਡੀ ਦਾ ਐਕਚੁਅਲੀ ਇਮਿਊਨ ਸਿਸਟਮ ਟ੍ਰਿਗਰ ਹੋ ਕੇ ਵਾਇਰਸ ਨੂੰ ਕਿਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਗਰ ਬੁਖਾਰ ਬਹੁਤ ਘੱਟ ਆ ਤੇ ਬਿਲਕੁਲ ਨਾ ਦਿਓ ਕੁਛ, ਅਗਰ ਜ਼ਿਆਦਾ ਬੱਚੇ ਕੋਲ ਸਹਾਰ ਨਹੀਂ ਹੁੰਦਾ ਤਾਂ ਵੀ ਦੇ ਸਕਦੇ ਆ, ਆਪੇ ਠੰਡੇ ਪਾਣੀ ਦੀ ਪੱਟੀਆਂ ਵੀ ਕਰ ਸਕਦੇ ਆ। ਬਾਕੀ ਜਿਹੜੀਆਂ ਦਵਾਈਆਂ ਉਹਦਾ ਕੋਈ ਫਾਇਦਾ ਨਹੀਂ ਹੈਗਾ। ਇੱਕ ਸਟੱਡੀ ਆਈ ਸੀ ਜਿਹੜਾ 올ਡਰ ਪੋਪੂਲੇਸ਼ਨ, ਕਿਉਂਕਿ ਉਹਦੇ ਵਿੱਚ ਘਾਤਕ ਹੁੰਦਾ ਵੀ ਵਿਟਾਮਿਨ D ਲੈਵਲ ਜਿਹੜਾ ਬਰਕਰਾਰ ਅਗਰ ਹੈਗਾ ਤੇ ਤੁਹਾਡੇ ਮਰਨ ਦੇ ਚਾਂਸਿਸ ਥੋੜੇ ਘੱਟ ਜਾਂਦੇ ਆ। ਸੋ ਇਹ 올ਡਰ ਪੋਪੂਲੇਸ਼ਨ 'ਚ ਯੂਰਪ ਤੋਂ ਇੱਕ ਸਟੱਡੀ ਆਈ ਆ, ਬਟ ਇਹ ਅਜੇ ਪੀਅਰ ਰਿਵਿਊ ਕਰਨਾ, ਇਹਦੇ ਉੱਤੇ ਅਜੇ ਬੈਠ ਕੇ ਬੁੱਧੀਜੀਵੀਆਂ ਨੇ ਆਪਣੇ ਪ੍ਰਤੀਕਰਮ ਦੇਣੇ ਆ। ਸੋ ਓਵਰ ਦਾ ਕਾਊਂਟਰ ਟਾਇਲੇਨੋਲ ਸੇਫ ਹੈਗੀ ਆ ਅਗਰ ਬੁਖਾਰ ਹੈਗਾ। ਬਾਕੀ ਇਹਦੇ ਉੱਤੇ ਕੋਈ ਹੋਰ ਦਵਾਈ ਦੀ ਲੋੜ ਨਹੀਂ ਆ। ਲੇਕਿਨ ਜਿਹੜੇ ਮੈਂ ਦੱਸੇ ਆ ਵੀ ਰੈਸ਼ਿਸ ਹੁੰਦੀਆਂ, ਅੱਖਾਂ ਲਾਲ ਹੁੰਦੀਆਂ, ਜ਼ਬਾਨ ਲਾਲ ਹੁੰਦੀ ਆ, ਪਲੀਜ਼ ਆਪਣੇ ਡਾਕਟਰ ਨੂੰ ਜਾਂ ਸਪੈਸ਼ਲਿਸਟ ਨੂੰ ਦੇਖੋ, ਨਹੀਂ ਤੇ ਐਮਰਜੈਂਸੀ 'ਤੇ ਜਾਓ, ਕਿਉਂਕਿ ਤੁਹਾਡੇ ਕੋਲ ਸਿਰਫ 10 ਦਿਨ ਹੁੰਦੇ ਅਗਰ ਕਾਵਾਸਾਕੀ ਡਿਜ਼ੀਜ਼ ਹੈਗੀ ਆ ਜਾਂ ਉਹਦੇ ਵਰਗੇ ਲੱਛਣ ਹੈਗੇ ਉਹਦੇ ਟ੍ਰੀਟਮੈਂਟ ਵਾਸਤੇ। ਪਰ ਡਾਕਟਰ ਸਾਹਿਬ ਦੱਸਣਾ ਵੀ ਜਿਹੜੀਆਂ ਗਰਭਵਤੀ ਮਾਵਾਂ ਨੇ ਉਹਨਾਂ ਦੇ ਜਿਹੜੇ ਕੁੱਖ ਦੇ ਵਿੱਚ ਬੱਚਾ ਪਲ ਰਿਹਾ, ਜੇ ਮਾਂ ਨੂੰ ਹੋ ਜਾਏ ਜਾਂ ਮਾਂ ਨੂੰ ਇਹ ਵਾਇਰਸ ਚੰਬੜ ਜਾਏ ਤਾਂ ਉਸ ਬੱਚੇ ਨੂੰ ਵੀ ਚੰਬੜ ਜਾਏਗਾ? ਬਹੁਤ ਸੋਹਣਾ ਕੁਐਸਚਨ ਹੈਗਾ ਔਰ ਮੇਰੇ ਕੋਲ ਕਾਫੀ ਇਹ ਸਵਾਲ ਲਗਭਗ ਐਵਰੀ ਡੇ ਹੁੰਦੇ ਆ। ਇਹਦੇ ਉੱਤੇ ਮੈਂ ਜਦ ਰਿਸਰਚ ਕੀਤਾ ਤੇ ਚਾਈਨਾ ਤੋਂ ਔਰ ਯੂਰਪ ਤੋਂ ਰਿਸਰਚ ਤਾਂ ਬਿਲਕੁਲ ਹੈਗਾ। ਉਹਦੇ ਵਿੱਚ ਉਹਨਾਂ ਨੇ COVID-19 ਜਿਹੜੀ ਇਨਫੈਕਟਿਡ ਮਦਰ ਸੀ, ਉਹ ਜਦੋਂ ਡਿਲੀਵਰੀ ਕੀਤੀ ਤੇ ਉਹ ਬੱਚੇ ਨੂੰ ਵੀ ਚੈੱਕ ਕੀਤਾ, ਕੌਰਡ ਜਿਹੜਾ ਸਾਡੇ ਨਾੜੂ ਦਾ ਬਲੱਡ ਆ ਉਹ ਚੈੱਕ ਕੀਤਾ, ਨੱਕ ਦਾ ਸਵਾਬ ਲਿੱਤਾ, ਦੁੱਧ ਦੇ ਸੈਂਪਲ ਤੋਂ ਚੈੱਕ ਕੀਤਾ ਤੇ ਵਾਇਰਸ ਨਹੀਂ ਸੀ। ਸੋ ਇਸ ਵੇਲੇ ਸਾਡੀ ਇਹ ਥਿੰਕਿੰਗ ਹੈਗੀ ਆ ਵੀ ਆਪਣੀ ਜਿਹੜੀ ਗਰਭਵਤੀ ਔਰਤ ਆ ਉਹ ਆਪਣੇ ਬੇਬੀ ਜਿਹੜਾ ਉਹਦਾ ਕੁੱਖ 'ਚ ਪਲ ਰਿਹਾ ਉਹਨੂੰ ਟਰਾਂਸਮਿਟ ਨਹੀਂ ਕਰ ਸਕਦੀ, ਕਿਉਂਕਿ ਤੁਹਾਨੂੰ ਪਤਾ ਕੁਝ ਵਾਰੀ ਪਹਿਲਾਂ ਅਸੀਂ ਜ਼ੀਕਾ ਵਾਇਰਸ ਬਾਰੇ ਸ਼ੇਅਰ ਕੀਤਾ ਸੀ, ਜਿਹੜੀ ਮਦਰ ਨੂੰ ਹੁੰਦਾ ਸੀ ਸਾਊਥ ਅਮਰੀਕਾ 'ਚ, ਤੇ ਉਹ ਬੱਚਿਆਂ ਦਾ ਜਿਹੜਾ ਸਿਰ ਦਾ ਸਾਈਜ਼ ਆ ਮਾਈਕਰੋਸਿਫੈਲੀ ਜਾਂ ਬ੍ਰੇਨ ਜਿਹੜਾ ਹੈਗਾ ਛੋਟਾ ਹੁੰਦਾ ਸੀ। ਲੇਕਿਨ ਇਹਦੇ ਵਿੱਚ ਜਿਹੜੀਆਂ ਕੁਝ ਸਟੱਡੀਜ਼ ਆਈਆਂ, 3 ਸਟੱਡੀਜ਼ ਹੈਗੀਆਂ, ਉਹ ਸ਼ੋਅ ਕਰ ਰਹੀਆਂ ਵੀ ਮਾਂ ਆਪਣੇ ਵਿੱਚੋਂ ਆਪਣੇ ਕੁੱਖ ਦੇ ਰਾਹੀਂ ਬੱਚੇ ਦੇ ਵਿੱਚ ਨਹੀਂ ਟਰਾਂਸਮਿਟ ਕਰ ਰਹੀ। ਸੋ ਇਸ ਵੇਲੇ ਸਾਡੀ ਇਹੀ ਅੰਡਰਸਟੈਂਡਿੰਗ ਹੈਗੀ ਆ ਵੀ ਜਿਹੜਾ ਬੱਚਾ ਪਣਪ ਰਿਹਾ ਉਹ ਸੇਫ ਹੈਗਾ, ਲੇਕਿਨ ਕਿਹੜੇ ਵੀ ਉਮਰ 'ਚ ਇਹ ਵਾਇਰਸ ਕਿਸੇ ਨੂੰ ਵੀ ਹੋ ਸਕਦਾ ਔਰ ਇਹ ਸਾਨੂੰ ਦੇਖਣ 'ਚ ਆ ਰਿਹਾ। ਲੇਕਿਨ ਮਾਵਾਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਇਸ ਸਟ੍ਰੈਸ 'ਤੇ ਨਾ ਰਹਿਣ ਵੀ ਅਗਰ ਉਹਨਾਂ ਨੂੰ ਕੋਵਿਡ ਹੋ ਗਿਆ ਤੇ ਉਹਨਾਂ ਦੇ ਬੱਚੇ ਨੂੰ ਕੁਛ ਹੋਊਗਾ। ਉੱਦਾਂ ਵੀ ਅਗਰ ਕਿਹੜੇ ਮਾਂ ਨੂੰ HIV ਵੀ ਹੁੰਦਾ ਤੇ ਉਹਦਾ ਵਰਟੀਕਲ ਟਰਾਂਸਮਿਸ਼ਨ, ਕਿਉਂਕਿ ਜਿਹੜਾ ਸਾਡਾ ਪਲੇਸੈਂਟਾ ਹੁੰਦਾ ਉਹ ਸ਼ੀਲਡ ਕਰਦਾ ਔਰ 0.1% ਬੱਚਿਆਂ ਨੂੰ HIV ਹੁੰਦਾ ਅਸੀਂ ਦੇਖਦੇ ਹਾਂ। ਸੋ ਇਹ ਜਿਹੜਾ ਹੈਗਾ ਸਾਨੂੰ ਇਸ ਵੇਲੇ 0% ਹੀ ਨਜ਼ਰ ਆਉਂਦਾ, ਲੇਕਿਨ 3 ਸਟੱਡੀਜ਼ ਆਈਆਂ ਸਾਡੇ ਸਾਹਮਣੇ। ਅੱਛਾ ਡਾਕਟਰ ਸਾਹਿਬ, ਇੱਕ ਇਹ ਵੀ ਦੱਸਣਾ ਦੇਣਾ, ਹੁਣ ਗਰਮੀਆਂ ਦਾ ਸੀਜ਼ਨ ਆ ਗਿਆ, ਪਾਰਕਸ ਵੀ ਖੁੱਲ੍ਹ ਜਾਣੀਆਂ ਨੇ, ਤੇ ਕੀ ਛੋਟੇ ਬੱਚਿਆਂ ਨੂੰ ਪਾਰਕਾਂ ਦੇ ਵਿੱਚ ਛੱਡਣਾ ਚਾਹੀਦਾ ਜਾਂ ਮਿੱਟੀ ਦੇ ਵਿੱਚ ਖੇਡਣ ਦੇਣਾ ਚਾਹੀਦਾ, ਜਾਂ ਜਿੱਥੇ ਜਰਮਸ ਵਗੈਰਾ ਹੋਣ ਉੱਥੇ ਉਹਨਾਂ ਨੂੰ ਲਿਟ ਲੈਣ ਦੇਣਾ ਚਾਹੀਦਾ, ਜਾਂ ਕਿ ਇਸ ਨਾਲ ਕਰੋਨਾ ਵਾਇਰਸ ਵਰਗੇ ਹੋਰ ਵਾਇਰਸ ਜਾਂ ਬੈਕਟੀਰੀਆ ਚੰਬੜ ਜਾਣਗੇ? ਦੇਖੋ ਸਾਡੇ ਸਿਹਤ ਮੰਤਰੀ ਤੇ ਡਾਕਟਰ ਬੋਨੀ ਹੈਨਰੀ ਨੇ ਕੱਲ੍ਹ ਕਿਹਾ
ਵੀ ਕਮਿਊਨਿਟੀ ਟਰਾਂਸਮਿਸ਼ਨ ਤੇ ਰੈਜ਼ੀਡੈਂਸ਼ੀਅਲ ਟਰਾਂਸਮਿਸ਼ਨ ਕੇਸਿਸ ਲਗਭਗ ਜ਼ੀਰੋ ਹੈਗੇ ਬ੍ਰਿਟਿਸ਼ ਕੋਲੰਬੀਆ 'ਚ। ਔਰ ਪਾਰਕ ਜਿਹੜੇ ਹੈਗੇ ਕੱਲ ਤੋਂ ਡੇ ਟਾਈਮ ਖੁੱਲ ਜਾਣੇ ਆ। ਕੈਂਪਿੰਗ ਵਾਸਤੇ ਮੇਰੇ ਖਿਆਲ ਨਾਲ ਜੂਨ ਦੇ ਵਿੱਚ ਐਪਲੀਕੇਸ਼ਨਾਂ ਲਿੱਤੀਆਂ ਜਾ ਰਹੀਆਂ। ਸੋ ਬੱਚਿਆਂ ਨੂੰ ਔਰ ਸਾਨੂੰ ਵੀ ਜਿਹੜਾ ਸੂਰਜ ਹੈਗਾ ਬਹੁਤ ਜ਼ਰੂਰੀ ਆ, ਬਾਹਰ ਘੁੰਮਣਾ ਫਿਰਨਾ ਜ਼ਰੂਰੀ ਆ, ਲੇਕਿਨ ਆਪਾਂ ਉਹ ਏਰੀਆ ਪਿਕਅਪ ਕਰੀਏ ਵੀ ਜਿਹਦੇ ਵਿੱਚ ਜ਼ਿਆਦਾ ਲੋਕੀ ਨਾ ਹੋਣ, ਜਿਹਦੇ ਸੰਘਣਾ ਮਤਲਬ ਕਰਾਊਡ ਨਾ ਹੋਵੇ। ਔਰ ਬੱਚਾ ਜਿੰਨਾ ਜ਼ਿਆਦਾ ਬਾਹਰ ਖੇਡੂਗਾ, ਘੱਟਾ, ਮਿੱਟੀ, ਘਾਹ, ਓਨਾ ਜ਼ਿਆਦਾ ਉਹਦਾ ਇਮਿਊਨ ਸਿਸਟਮ ਸਟਰੋਂਗ ਹੋਊਗਾ। ਜਦ 1989 ਚ ਬਰਲਿਨ ਵਾਲ ਡਿੱਗੀ ਸੀ, ਈਸਟ ਜਰਮਨੀ ਕਮਿਊਨਿਸਟ ਅਧੀਨ ਸੀ, ਗਰੀਬੀ ਸੀ, ਫੈਕਟਰੀਆਂ 'ਚ ਧੂਆਂ ਸੀ, ਖਾਣ ਨੂੰ ਰੋਟੀ ਨਹੀਂ ਸੀ। ਵੈਸਟ ਜਰਮਨੀ ਬੜਾ ਐਫਲੂਐਂਟ, ਅਮੀਰ, ਸਾਫ ਸਫਾਈ, ਲੇਕਿਨ ਅਸੀਂ ਦੇਖਿਆ ਵੀ ਜਿਹੜਾ ਈਸਟ ਜਰਮਨੀ ਦਾ ਬੱਚਾ ਹੈ ਉਹਨੂੰ ਐਲਰਜੀ ਘੱਟ, ਐਸਮਾ ਘੱਟ ਤੇ ਇਨਫੈਕਸ਼ਨ ਘੱਟ ਸਨ। ਸੋ ਸਾਡਾ ਇਮਿਊਨ ਸਿਸਟਮ ਤਾਂ ਹੀ ਚੌਕਨ ਰਹਿੰਦਾ ਜੇ ਉਹ ਚੈਲੰਜ ਹੁੰਦਾ ਰਹੇ। ਤੁਸੀਂ ਹੁਣ ਵੀ ਦੇਖੋ ਬੱਚਿਆਂ ਨੂੰ ਟੀਕੇ ਲੱਗਦੇ ਰਹਿੰਦੇ ਆ, ਇਸ ਲਈ ਬੱਚਿਆਂ ਦੇ ਜਿਹੜੇ ਕੇਸਿਸ ਮੈਂ ਦੱਸਿਆ 2 ਤੋਂ 3% ਹੀ ਆਏ ਕੋਵਿਡ ਦੇ, ਕਿਉਂਕਿ ਉਹਨਾਂ ਦਾ ਇਮਿਊਨ ਸਿਸਟਮ ਹੈਗਾ ਇਹਨੂੰ ਫਾਈਟ ਕਰਨ 'ਚ ਸਮਰੱਥ ਹੈਗਾ। ਜਿਹੜੇ ਆਪਾਂ ਡਿਸਕਸ ਕੀਤੇ ਸੀ ਉਹ ਬਹੁਤ ਥੋੜੇ ਬੱਚੇ ਸੀ। ਸੋ ਇਸ ਲਈ ਇਮਿਊਨ ਸਿਸਟਮ ਤਾਂ ਹੀ ਟ੍ਰਿਗਰ ਹੁੰਦਾ ਅਗਰ ਆਪਾਂ ਉਹਦੇ ਨਾਲ ਐਕਸਪੋਜ਼ ਹੁੰਦੇ ਰਹੀਏ। BC ਦੇ ਵਿੱਚ ਵੀ ਸਾਡੇ ਕੋਲ ਸਟੱਡੀਜ਼ ਹੈਗੀਆਂ ਵੀ ਜਿਹੜੇ ਬੱਚੇ ਫਾਰਮ ਦੇ ਵਿੱਚ ਰੇਜ਼ ਹੁੰਦੇ ਆ ਉਹਨਾਂ ਦੀ ਸਿਹਤ ਠੀਕ ਹੁੰਦੀ ਆ। ਜਦੋਂ ਆਪਾਂ ਪਿੰਡਾਂ 'ਚ ਹੈਗੇ ਸੀ, ਮਿੱਟੀ, ਕੱਟਾ, ਧੂੜ, ਖੇਤ ਵਗੈਰਾ, ਤਾਂ ਹੀ ਹਿੰਦੁਸਤਾਨ ਦਾ ਜਿਹੜੇ ਆਪਾਂ ਕਹਿ ਲਓ ਵੀ ਆਏ ਆ, ਸਾਡਾ ਇਮਿਊਨ ਸਿਸਟਮ ਥੋੜਾ ਤਗੜਾ। ਇਸ ਲਈ ਮੇ ਬੀ ਇੰਡੀਆ ਦੇ ਵਿੱਚ ਵੀ ਕਰੋਨਾ ਦਾ ਜਿਹੜਾ ਪਸਾਰਾ ਇੰਨਾ ਜ਼ਿਆਦਾ ਨਹੀਂ। ਹਾਲਾਂਕਿ ਡਾਕਟਰ ਰਜਿੰਦਰ ਗੁਲੇਰੀਆ ਜਿਹੜੇ ਹੈਗੇ ਆ, ਰਣਦੀਪ ਗੁਲੇਰੀਆ ਏਮਸ ਦੇ, ਉਹਨਾਂ ਨੇ ਕਿਹਾ ਜੂਨ ਜੁਲਾਈ 'ਚ ਹੋ ਸਕਦਾ ਵਧੇ, ਲੇਕਿਨ 1.3 ਬਿਲੀਅਨ ਕੰਟਰੀ 'ਚ ਅਗਰ ਦੇਖੋ ਤੇ ਉਹਨਾਂ ਦੀ ਜਿਹੜੀ ਮੌਤਾਂ ਔਰ ਕੇਸਿਸ ਬਹੁਤ ਘੱਟ ਆ। ਮੇ ਬੀ ਇਮਿਊਨ ਸਿਸਟਮ ਠੀਕ ਆ, ਮੇ ਬੀ ਉਹਨਾਂ ਨੂੰ BCG ਜਿਹੜਾ ਟੀਕਾ ਲੱਗਿਆ ਉਹ ਉਹਨੂੰ ਹੈਲਪ ਕਰ ਰਿਹਾ। ਇਹ ਵੀ ਇੱਕ ਕਾਰਨ ਹੋ ਸਕਦਾ, ਕਿਉਂਕਿ ਜਿਹੜਾ BCG ਟੀਕਾ ਨੀਦਰਲੈਂਡਸ ਤੋਂ ਸਟੱਡੀਜ਼ ਆ ਰਹੀਆਂ ਵੀ ਉਹ ਸਾਡੇ ਇਮਿਊਨ ਸਿਸਟਮ ਨੂੰ ਫਾਈਟ ਕਰਨ 'ਚ ਸਾਨੂੰ ਲੌਂਗ ਹੈਲਪ ਦੇ ਸਕਦਾ। ਸੋ ਕਈ ਜਿਹੜੇ ਫੈਕਟਰਸ ਹੈਗੇ ਆ, ਬੱਚਿਆਂ ਨੂੰ ਬਹੁਤ ਜ਼ਿਆਦਾ ਕਲੀਨਲੀਨੈਸ 'ਚ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ। ਸੋ ਉਹਨਾਂ ਨੂੰ ਮਿੱਟੀ ਕੱਚੇ 'ਚ ਖੇਡਣ ਦਿਓ ਔਰ ਇਹਦੇ ਨਾਲ ਉਹਨਾਂ ਦਾ ਇਮਿਊਨ ਸਿਸਟਮ ਸਟਰੋਂਗ ਹੋਏਗਾ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਸ਼ੁਕਰੀਆ। ਬਹੁਤ ਬਹੁਤ ਧੰਨਵਾਦ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵੱਸਦੇ ਰਹੋ। ਧੰਨਵਾਦ। ਥੈਂਕ ਯੂ ਜੀ।